पतित तरों। कहो नानक प्रभ बिरद पछानो, तब हों पतित तरों। परम सन्मान योग साहिब श्री गुरु ग्रंथ साहिब सच्चे पातशाह जी दी पावन पवित्र खजूरी अंदर रात्रि दे विशेष गुरमत दीवान दी आप जी हाजरी पर रहे हो। सन्मान योग भाई साहब जी अमृत गुरबाणी दा कीर्तन सरवण करा रहे सी। कल रात्रि दे दीवान विच नौवम गुरुदेव सतगुरु गुरु तेग बहादुर सच्चे पातशाह जी महाराज हजूर दे जीवन दे कुछ समाचार आप जी दे नाल सांझे कीते सन। आओ अज सतगुरु गुरु तेग बहादुर जी दी पवित्र गुरबाणी उपदेश और सिद्धांत दी गल आपां कर सकीए और सतगुरु गुरु तेग बहादुर सच्चे पातशाह उन्हां दी शहादत दे संबंध विच भी करो कृपा। जितने भी आप गुरु चरना विच उपस्थित हो बख्शो आशीष, गुरु बख्शी फतेह स्वीकार करो जी। वाहिगुरु जी का खालसा वाहिगुरु जी की फतेह। जिथे असी इतिहास पढ़ने खां इतिहास दे अंदर सानू हजूर दे बाहरमुखी जीवन दे समाचार मिलते हैं। उंज जे सिख इतिहास नू गुरु इतिहास नू वाचना होवे पुरातन नू ते चार गल्लां सानू चेते रखनियां चाहिदियां ने। पुरातन मुकम्मल इतिहास इन्हां चार शब्दां विच आ जाएगा। पहला आखी, दूसरा साखी, तीसरा बिलास और चौथा प्रकाश। शब्द फिर मैं दोहरा देना। पहला आखी, दूसरा साखी, तीसरा बिलास और चौथा प्रकाश। इतिहास नाल संबंधित रखने वाले सज्जनां नूं पता है कि धन गुरु ग्रंथ साहिब दी पवित्र बाणी विच कुछ शब्द इतिहास नाल संबंधित ने और वक्ती घटनावां नाल भी संबंधित ने। पर वक्ती घटनावां नाल संबंधित होने के बावजूद भी शब्द का सिद्धांत जुगो जुग अटल गुरु ग्रंथ साहिब दे उस सिद्धांत की व्याख्या हर काल विच हर वक्त विच करदा है। थोड़े जे शब्दां वल ध्यान दिया जे तवज्जो नाल। जिवें असी गुरु नानक साहिब जी दे अमृत बोल पढ़ने हैं, जैसी मैं आवे खसम की बाणी तैसड़ा करी ज्ञान वे लालो,
ਵੇ ਲਾਲੋ ਉਹ ਸਿੱਖ ਹੈ ਜਿਹੜਾ ਵਕਤੀ ਘਟਨਾਵਾਂ ਦੇ ਨਾਲ ਕੋਈ ਜੁੜਿਆ ਹੈ, ਪਰ ਇਹ ਸਾਰਾ ਸ਼ਬਦ ਉਸ ਵਕਤ ਦੇ ਐਮਨਾਬਾਦ ਦੇ ਲੋਕਾਂ ਦੇ ਐਸ਼ੋ ਇਸ਼ਰਤ ਤੇ ਜੋਬਨ ਤੇ ਰੁਪਈਏ ਨੇ ਮਾਰੀ ਕੋਈ ਮੱਤ, ਉਸ ਦੀ ਵਿਆਖਿਆ ਕਰਦਾ ਹੈ। ਭਾਵਾਂ ਕਿ ਇਹ ਸ਼ਬਦ ਇਤਿਹਾਸਕ ਸਮਤਾਂ ਦਾ ਵੀ ਜ਼ਿਕਰ ਕਰਦਾ ਹੈ। ਆਵਨ 78 ਹੈ, ਜਾਨ 97, ਹੋਰ ਵੀ ਉਠਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਵੇਲਾ। ਭਾਵੇਂ ਇਹ ਸ਼ਬਦ ਉਸ ਵਕਤ ਦੀਆਂ ਘਟਨਾਵਾਂ ਨਾਲ ਜੁੜਿਆ ਹੈ, ਪਰ ਹਕੀਕਤ ਇਹ ਵੇ ਇਹ ਵਕਤੀ ਘਟਨਾਵਾਂ ਨਾਲ ਜੁੜਿਆ ਹੋਣ ਦੇ ਬਾਵਜੂਦ ਵੀ ਇਹ ਸ਼ਬਦ ਰਹਿੰਦੀ ਦੁਨੀਆ ਤੱਕ ਜੁਗੋ ਜੁਗ ਅਟਲ ਦੇ ਸਿਧਾਂਤ ਪੱਖੋਂ ਸਾਡੀ ਅਗਵਾਈ ਕਰਦਾ ਰਹੇਗਾ। ਜਿਵੇਂ ਇਸ ਨਾਲ ਹੋਰ ਸ਼ਬਦ ਜੁੜੇ ਨੇ ਕਿ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਜਾਂ ਜਿਨ ਸਿਰ ਸੋਹਨ ਪੱਟੀਆਂ, ਉਹ ਇਤਿਹਾਸਕ ਘਟਨਾਕ੍ਰਮ ਹੈ। ਸੁਲਹੀ ਤੇ ਨਾਰਾਇਣ ਰਾਖ, ਉਹ ਇਤਿਹਾਸਕ ਘਟਨਾਕ੍ਰਮ ਨਾਲ ਜੁੜਿਆ ਸ਼ਬਦ ਹੈ। ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮ ਹੋ 300 ਝਗਰਤ ਪਾਪ। 1200 ਅੰਗ ਤੇ ਸ਼ਬਦ ਹੈ, ਪਰ ਉਹ ਪ੍ਰਿਥੀ ਚੰਦ ਦੇ ਨਾਲ ਜੁੜਿਆ ਹੋਣ ਦੇ ਬਾਵਜੂਦ ਵੀ ਅੱਜ ਵੀ ਸਾਡੀ ਅਗਵਾਈ ਕਰਦਾ ਭਲਿਆ ਕਿ ਜਿਸ ਮਾਂ ਬਾਪ ਨੇ ਜਨਮ ਦਿੱਤਾ ਹੈ ਉਹਨਾਂ ਸਾਹਮਣੇ ਬੋਲੀ ਦਾ ਨਹੀਂ। ਜੇ ਰੱਬ ਨੇ ਤੈਨੂੰ ਰੁਪਈਏ ਦੇ ਦਿੱਤੇ ਨੇ ਤੇ ਮਾਪਿਆਂ ਨੂੰ ਮਾਪੇ ਹੀ ਜਾਣ, ਕਿਉਂਕਿ ਰੁਪਈਏ ਕਦੀ ਕਿਸੇ ਦੇ ਬਣ ਕੇ ਰਹੇ ਨਹੀਂ। ਜੁਗੋ ਜੁਗ ਅਟਲ ਸਿਧਾਂਤ ਦੀ ਗੱਲ ਕਰਦਾ, ਪਰ ਜੋ ਮੈਂ ਵਕਤ ਦੇ ਲਿਹਾਜ਼ ਨਾਲ ਅੱਜ ਸੰਕੋਚਣਾ ਚਾਹਾਂਗਾ ਇਸ ਲੈਕਚਰ ਨੂੰ, ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਅੱਖੀ ਵੇਖੇ ਜਿਹੜੇ ਘਟਨਾਕ੍ਰਮ ਨੇ ਉਹਨਾਂ ਦਾ ਜ਼ਿਕਰ ਹੈ। ਉਹ ਇਤਿਹਾਸ ਵੀ ਹੈ, ਪਰ ਉਹਨੂੰ ਤੁਸੀਂ ਇਤਿਹਾਸ ਦੀ ਲੜੀ ਵਿੱਚ ਦੇਖਣਾ ਚਾਹੋ ਤਰੀਕਾਂ ਵਿੱਚ, ਉਹ ਨਹੀਂ ਮਿਲੇਗਾ। ਉਹ ਲੜੀ ਦੀ ਗੱਲ ਕਰੇਗਾ ਪਰ ਸਪਿਰਚੁਅਲਿਟੀ ਦੀ, ਰੂਹਾਨੀਅਤ ਦੀ ਗੱਲ ਕਰੇਗਾ। ਜਿਵੇਂ ਅਸੀਂ ਗੁਰੂ ਸਾਹਿਬ ਦਾ ਇੱਕ ਸਵਈਆ ਪੜ੍ਹਨੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂਤੇ ਅੰਗਦ ਭਇਓ ਤਤ ਤਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅੰਮ੍ਰਿਤ ਦਾ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਨ ਪੁਰਖ ਗੁਰ ਅਰਜਨ ਪਿਖੋ ਨੈਣ। ਤੁਸੀਂ ਬਰੀਕੀ ਨਾਲ ਪੜੋ। ਗੁਰੂ ਨਾਨਕ ਸਾਹਿਬ ਦਾ ਮੁਕੰਮਲ ਜੀਵਨ ਪਹਿਲੀ ਤੁਕ ਚ ਆ ਗਿਆ। ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾਇਓ, ਤਾਂਤੇ ਅੰਗਦ ਭਇਓ। 1539 ਦੀ ਘਟਨਾ ਆ ਗਈ, ਲਹਿਣੇ ਪਾਈ ਨਾਨਕੋਂ, ਪਰ ਡੇਟ ਦਾ ਜ਼ਿਕਰ ਨਹੀਂ। ਮਹਾਰਾਜ ਕਹਿੰਦੇ ਨੇ ਕਿ ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾਇਓ, ਤਾਂਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅੰਮ੍ਰਿਤ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ। ਸਾਰੇ ਗੁਰਗੱਦੀ ਦਾ ਜ਼ਿਕਰ ਆ ਗਿਆ, ਕਮਾਈ ਦਾ ਜ਼ਿਕਰ ਆ ਗਿਆ। ਪਰ ਦੇਖੋ ਇਹ ਜਿਹੜੇ ਸ਼ਬਦ ਨੇ ਇਹ ਇਤਿਹਾਸਕ ਘਟਨਾਵਾਂ ਨੂੰ ਬਰੀਫਲੀ ਸੂਖਸ਼ਮ ਕਹਿੰਦੇ ਨੇ, ਪਰ ਕਿਉਂਕਿ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਸੰਬੰਧ ਕੇਵਲ ਰੂਹਾਨੀ ਜੀਵਨ ਦੇ ਨਾਲ ਹੈ। ਇਹਨੂੰ ਥੋੜਾ ਜਿਹਾ ਫਿਰ ਮੈਂ ਬੇਨਤੀ ਅੱਗੇ ਚੱਲ ਕੇ ਕਰਨਾ ਹੈ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਉਹ ਸ਼ਬਦ ਹੈ ਜਿਹਦਾ ਸਰਲੇਖ ਹੀ ਆਖੀ ਹੈ, ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਦੋ ਸ਼ਬਦ ਨੇ ਬਾਣੀ ਵਿੱਚ, ਇੱਕ ਆਂਖੀ ਹੈ, ਇੱਕ ਆਖੀ ਹੈ। ਆਂਖੀ ਦਾ ਅਰਥ ਹੈ ਅੱਖਾਂ ਨਾਲ ਦੇਖਿਆ, ਅੱਖੀ ਡਿੱਠੇ ਹਾਲਾਤ, ਤੇ ਆਖੀ ਦਾ ਅਰਥ ਹੈ ਜ਼ਬਾਨ ਤੋਂ ਬੋਲਿਆ, ਬਿੰਦੀ ਇੱਕ ਹੀ ਲੱਗਣੀ। ਸੰਤਨ ਕੀ ਸੁਨ ਸਾਚੀ ਸਾਖੀ, ਸੋ ਬੋਲੇ ਜੋ ਪੇਖੈ ਆਂਖੀ। ਪਰ ਇੱਥੇ ਰਾਏ ਬਲਵੰਡ ਤਥਾ ਸਤੈ ਡੂਮ ਆਖੀ, ਸੱਚ ਐਵੇਂ ਉਹਨਾਂ ਜੋ ਅੱਖਾਂ ਨਾਲ ਦੇਖਿਆ ਉਹਨੂੰ ਜ਼ਬਾਨ ਤੋਂ ਆਖਿਆ। ਜੇ ਕਿਤੇ ਰੂਹਾਨੀਅਤ ਦਾ ਇਤਿਹਾਸ ਪੜ੍ਹਨਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਰਾਮਕਲੀ ਕੀ ਵਾਰ ਜੋ ਬਾਬਾ ਸੱਤਾ ਔਰ ਬਲਵੰਡ ਨੇ ਆਖੀ ਹੈ। ਹੁਣ ਆਖੀ ਤੋਂ ਬਾਅਦ ਗੁਰੂ ਇਤਿਹਾਸ ਹੁੰਦਾ ਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ। ਪੈੜੇ ਮੌਕੇ ਦਾ ਜ਼ਿਕਰ ਆਪਾਂ ਕਰਨੇ, ਗੱਲ ਵੱਖਰੀ ਮੇਰਾ ਇਹ ਪਰ ਕਰਨੀ ਕਿ ਕਿੰਨੀ ਕਿੰਨੀ ਮਿਲਾਵਟ ਕਦੋਂ ਹੋਈ। ਪਰ ਹੰਸ ਬਿਰਤੀ ਨਾਲ ਇਤਿਹਾਸ ਪੜ੍ਹਨਾ ਪਏਗਾ
ਤੇ ਮੇਰਾ ਖਿਆਲ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਛਾਂ ਥੱਲੇ ਪੜਚੋਲ ਲਈਏ ਤੇ ਕੋਈ ਗੱਲ ਗਲਤ ਵੀ ਨਹੀਂ, ਉਹਨੂੰ ਆਪਾਂ ਵਾਜ ਸਕਨੇ ਹਾਂ। ਉਦੋਂ ਬਾਅਦ ਸਾਖੀਆਂ ਆਉਂਦੀਆਂ ਨੇ। ਭਾਈ ਬਾਲੇ ਵਾਲੀ ਜਨਮ ਸਾਖੀ, ਅਥੈਂਟਿਕ ਜਨਮ ਸਾਖੀ, ਇਤਿਹਾਸਕਾਰ ਮੰਨਦੇ ਨੇ ਪੁਰਾਤਨ ਜਨਮ ਸਾਖੀ। ਆਪਣੇ ਇੱਕ ਬਜ਼ੁਰਗ ਵਿਦਵਾਨ ਨੇ ਜੀ, ਹੁਣ ਤਾਂ ਕਾਫੀ ਬਿਰਧ ਹੋ ਚੁੱਕੇ ਨੇ, ਡਾਕਟਰ ਕਿਰਪਾਲ ਸਿੰਘ। ਉਹਨਾਂ ਅੱਜ ਕੱਲ੍ਹ ਗੁਰੂ ਨਾਨਕ ਪ੍ਰਕਾਸ਼ ਦਾ ਟੀਕਾ ਆਰੰਭ ਕੀਤਾ ਹੈ। ਸ਼੍ਰੋਮਣੀ ਕਮੇਟੀ ਸੰਭਾਲ ਰਹੀ ਹੈ। ਗੁਰੂ ਅਰਜੁਨ ਦੇਵ ਤੱਕ ਉਹ ਛਾਪ ਰਹੇ ਨੇ ਤੇ ਉਹਨਾਂ ਦੀ ਇੱਛਾ ਹੈ ਕਿ ਇਸ ਦੇਹ ਦੇ ਰੱਬ ਕਿਰਪਾ ਕਰੇ ਮੈਂ ਜਿਉਂਦੇ ਜਿਉਂਦੇ ਇਹ ਕੰਮ ਕਰ ਜਾਵਾਂ। ਉਹਨਾਂ ਨੇ ਜਨਮ ਸਾਖੀਆਂ ਤੇ ਬਹੁਤ ਕੰਮ ਕੀਤਾ ਹੈ। ਇੱਕ ਕਿਤਾਬ ਉਹਨਾਂ ਦੀ ਹੈ 600 ਪੰਨੇ ਦੀ ਕਿ ਜਨਮ ਸਾਖੀ ਪਰੰਪਰਾ। ਉਹਦੇ ਵਿੱਚ ਉਹਨਾਂ ਨੇ ਪੁਰਾਤਨ ਜਨਮ ਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ, ਬਾਬੇ ਪਿਰਥੀਏ ਦੇ ਪੁੱਤਰ ਮਿਹਰਬਾਨ ਨੇ ਵੀ ਜਨਮ ਸਾਖੀ ਲਿਖੀ ਸੀ। ਉਸ ਤੋਂ ਅੱਗੇ ਚਤਰਭੁਜ ਵਾਲੀ ਜਨਮ ਸਾਖੀ, ਹਰਜੀ ਵਾਲੀ ਜਨਮ ਸਾਖੀ, ਇਹ ਸਾਰੇ ਮੀਣਿਆਂ ਦੀਆਂ ਨੇ। ਤੇ ਇੱਕ ਹੈ ਸਾਖੀ ਭਾਈ ਮਨੀ ਸਿੰਘ ਸ਼ਹੀਦ ਵਾਲੀ ਜਨਮ ਸਾਖੀ। ਪਹਿਲਾ ਇਤਿਹਾਸ ਕੇਵਲ ਰੂਹਾਨੀਅਤ ਆਖੀ, ਉਸ ਤੋਂ ਬਾਅਦ ਹੈ ਸਾਖੀ, ਤੇ ਸਾਖੀ ਤੋਂ ਬਾਅਦ ਧੰਨ ਗੁਰੂ ਸਾਹਿਬਾਨਾਂ ਦਾ ਜੀਵਨ, ਉਹ ਫਿਰ ਬਿਲਾਸ ਸ਼ੁਰੂ ਹੁੰਦੇ ਨੇ। ਗੁਰ ਬਿਲਾਸ ਪਾਤਸ਼ਾਹੀ 6ਵੀਂ, ਗੁਰ ਬਿਲਾਸ ਪਾਤਸ਼ਾਹੀ 10ਵੀਂ, ਇਹ ਦੋ ਗ੍ਰੰਥ ਨੇ ਗੁਰ ਬਿਲਾਸ ਪਾਤਸ਼ਾਹੀ 10ਵੀਂ ਦੇ। ਆਖੀ, ਸਾਖੀ, ਫਿਰ ਬਿਲਾਸ, ਤੇ ਬਿਲਾਸ ਤੋਂ ਬਾਅਦ ਜਿਹੜਾ ਇਤਿਹਾਸ ਹੈ ਕਵਿਤਾ ਵਿੱਚ, ਉਹ ਹੈ ਪ੍ਰਕਾਸ਼। ਪ੍ਰਕਾਸ਼ ਵਿੱਚ ਹੈ ਸ਼੍ਰੀ ਗੁਰੂ ਨਾਨਕ ਪ੍ਰਕਾਸ਼, ਸ਼੍ਰੀ ਗੁਰ ਪ੍ਰਤਾਪ ਸੂਰਜ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਗੁਰੂ ਪੰਥ ਪ੍ਰਕਾਸ਼, ਜਿਹਨੂੰ ਆਪਾਂ ਪ੍ਰਾਚੀਨ ਪੰਥ ਪ੍ਰਕਾਸ਼ ਕਹਿੰਦੇ ਆ। ਅਸਲ ਵਿੱਚ ਨਾਮ ਕੇਵਲ ਪੰਥ ਪ੍ਰਕਾਸ਼ ਹੈ, ਜੋ ਰਤਨ ਸਿੰਘ ਭੰਗੂ ਨੇ ਲਿਖਿਆ, ਤੇ ਪ੍ਰਾਚੀਨ ਸ਼ਬਦ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੇ ਜੋੜਿਆ ਸੀ, ਕਿਉਂਕਿ ਉਸ ਵਕਤ ਗਿਆਨੀ ਗਿਆਨ ਸਿੰਘ ਦਾ ਲਿਖਿਆ ਪੰਥ ਪ੍ਰਕਾਸ਼ ਵੀ ਆ ਗਿਆ। ਇਹ ਚਾਰ ਗੱਲਾਂ ਨੇ। ਮੇਰਾ ਖਿਆਲ ਇਹ ਚਾਰਾਂ ਦੀ ਸਟੱਡੀ ਹੋ ਜਾਏ ਤੇ ਪੁਰਾਤਨਤਾ ਸਾਰੀ ਵਿੱਚ ਆ ਜਾਏਗੀ। ਤੇ ਇੱਕ ਦਿਨ ਅਰਜ਼ ਕੀਤੀ ਸੀ, ਜੇ ਸਾਇੰਸ ਨੂੰ ਪੜ੍ਹਨਾ ਹੈ ਤੇ ਹਰ ਨਵੀਂ ਆਈ ਕਿਤਾਬ ਮਾਰਕੀਟ ਵਿੱਚ ਖਰੀਦ ਕੇ ਪੜ੍ਹੀਏ ਤੇ ਤਾਂ ਸਮਝ ਪਏਗੀ। ਜੇ ਇਤਿਹਾਸ ਤੇ ਰੂਹਾਨੀਅਤ ਨੂੰ ਪੜ੍ਹਨਾ ਤੇ ਪੁਰਾਤਨ ਗ੍ਰੰਥਾਂ ਨੂੰ ਬੋਲਣਾ ਪਏਗਾ। ਜਿੰਨੀ ਪੁਰਾਤਨਤਾ ਵੱਲ ਜਾਵਾਂਗੇ ਉਹ ਰੂੜੀਵਾਦ ਨਹੀਂ, ਪਰ ਇਹ ਚਾਰ ਗੱਲਾਂ ਨੇ, ਆਖੀ, ਸਾਖੀ, ਬਿਲਾਸ ਤੇ ਪ੍ਰਕਾਸ਼। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਉਹਨਾਂ ਦਾ ਜੀਵਨ ਸਾਖੀ ਵਿੱਚ ਨਹੀਂ। ਜਨਮ ਸਾਖੀਆਂ ਕੇਵਲ ਬਾਬੇ ਨਾਨਕ ਨਾਲ ਤੇ ਭਾਈ ਲਹਿਣਾ ਸਾਹਿਬ ਤੱਕ ਸੀਮਤ ਨੇ, ਪਰ ਇਤਿਹਾਸ ਤੋਂ ਇਲਾਵਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਆਪਣਾ ਜੋ ਆਪਾ ਹੈ ਉਹ ਸ਼ਬਦ ਹੈ। ਧਿਆਨ ਦਿਆ ਜੀ, ਸ਼ਬਦ ਕਰਕੇ ਗੁਰੂ ਕਿਤੇ ਵੀ ਜਾਂਦਾ ਨਹੀਂ। ਕੱਲ ਵੀ ਇੱਕ ਸੱਜਣਾ ਦੇ ਘਰ ਗੱਲ ਚੱਲ ਰਹੀ ਸੀ, ਜੇ ਕਦੀ ਵਕਤ ਮਿਲਿਆ, ਭਾਈ ਸਾਹਿਬ ਬੈਠੇ ਆ, ਸਰਬਜੀਤ ਸਿੰਘ ਕਈ ਰਹੀ ਕਿਹਾ ਸਿੱਧ ਗੋਸ਼ਟ ਬਾਰੇ, ਮੈਂ ਸੱਚ ਕਹਿਣਾ, ਮੈਂ ਚਾਹਨਾ ਜੇ ਉਸ ਬਾਣੀ ਦੀ ਵਿਆਖਿਆ ਕਰਨੀ, ਉਹ ਬਾਣੀ ਬਹੁਤ ਮਹਿੰਗੀ ਹੈ। ਅਖਰੀ ਅਰਥ ਕਰ ਜਣੇ ਹੋਰ, ਹੁਣ ਸ਼ਬਦ ਕੀ ਹੈ? ਅਸੀਂ ਵਿਆਕਰਣ ਦੇ ਤੌਰ ਤੇ ਸ਼ਬਦ ਅੱਖਰਾਂ ਦੇ ਜੋੜ ਨੂੰ ਕਹਿੰਦੇ ਆ ਸ਼ਬਦ, ਪਰ ਗੁਰਮੁਖੋ ਸ਼ਬਦ ਤਾਂ ਬਹੁਤ ਨੇ। ਆ ਅਖਬਾਰਾਂ ਵਿੱਚ ਵੀ ਅੱਖਰਾਂ ਦਾ ਜੋੜ ਸ਼ਬਦ ਹੈ, ਪਰ ਉਹ ਗੁਰੂ ਤਾਂ ਨਹੀਂ। ਸ਼ਬਦ ਗੁਰੂ ਕੀ ਹੈ? ਜਦੋਂ ਅੱਖਰ ਨਹੀਂ ਸਨ ਉਦੋਂ ਵੀ ਸ਼ਬਦ ਸੀ। ਜਦੋਂ ਸਾਰਾ ਪਸਾਰਾ ਖਤਮ ਹੋ ਜਾਏਗਾ, ਸ਼ਬਦ ਉਦੋਂ ਵੀ ਰਹੇਗਾ। ਸ਼ਬਦ ਵਿੱਚ ਉਹ ਆਪ ਸਮਾਇਆ ਹੈ। ਸ਼ਬਦ ਕਿਸ ਕਿਸ ਰੂਪ ਵਿੱਚ ਵਰਤਦਾ ਹੈ? ਧੰਨ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ ਜਪਜੀ ਸਾਹਿਬ ਵਿੱਚ, ਸ਼ਾਇਦ ਆਪਨੇ ਸੁਣਿਆ ਹੋਵੇ ਕਿ ਗੁਰਮੁਖ ਨਾਦੰਗ, ਗੁਰਮੁਖ ਵੇਦੰਗ, ਗੁਰਮੁਖ ਰਿਹਾ ਸਮਾਈ। ਹਾਲਾਂਕਿ ਜਪਜੀ ਸਾਹਿਬ ਦਾ ਪਾਠ ਅਸੀਂ ਰੋਜ਼ ਕਰਨੇ ਆ, ਤੇ ਸੱਚੇ ਵਿੱਚ ਜਿਸ ਬੰਦੇ ਦਾ ਅੰਦਰ ਨਾ ਟਿਕਦਾ ਹੋਵੇ ਨਾ, ਮੈਂ ਅਰਜ਼ ਕਰਾਂ ਉਹ ਸੁਰਤ ਨਾਲ ਜਪਜੀ ਸਾਹਿਬ ਦਾ ਪਾਠ ਰੋਜ਼ ਕਰਨਾ ਸ਼ੁਰੂ ਕਰਦਾ, ਕਿਉਂਕਿ ਸਾਡੇ ਜਿਹੜਾ ਦਿਮਾਗ ਹੈ ਇਹ ਅੱਖਰ ਇਹਦੇ ਵਿੱਚ ਚੇਤੇ ਨੇ। ਪਰ ਮੈਂ ਅਰਜ਼ ਤਨ ਕੀਤੀ ਸੀ, ਮਨ ਨੂੰ ਹੀ ਸੋਚਦਾ ਪਿਆ ਜੋ ਕੁਝ ਗਾਇਆ ਜਾ ਰਿਹਾ, ਪੜ੍ਹਿਆ ਜਾ ਰਿਹਾ। ਕਈ ਵਾਰੀ ਸੱਚ ਐਵੇਂ ਆਪਾਂ ਜਪਜੀ ਸਾਹਿਬ ਕਰ ਰਹੇ ਹੁੰਨੇ ਆ, ਤੇ ਜਦੋਂ ਸੋਦਰ ਦੀ ਪੌੜੀ ਪੜ੍ਹਨੇ ਆ ਤੇ ਰਹਿ ਰਾਹ ਸੋ ਪੁਰਖ ਤੇ ਜਾ ਕੇ ਬੰਦਾ ਫਿਰ ਅੰਮ੍ਰਿਤ ਵੇਲੇ ਪਿਛਾ ਮੁੜਦਾ ਵੀ ਮੈਂ ਤਾਂ ਜਪਜੀ ਸਾਹਿਬ ਸ਼ੁਰੂ ਕੀਤਾ ਹੈ ਤਾਂ ਰਹਿ ਰਾਸ ਦਾ ਪਾਠ ਹੋ ਗਿਆ, ਕਿਉਂਕਿ ਬੇਧਿਆਨਾ ਹੈ।
सतगुरु ने किन्नी कृपा की। तुसी सारियां बाणियां देखो नितनेम दियां, सवैये 10 ने, श्रीपत श्री भगवान, श्रीपत श्री भगवान भजे बिन बंदा भुलेखा खा जाता है। आनंद साहब की बाणी सुचेत होकर ना पढ़ो तो बंदा कई बार वो पौड़ी वार वार दोहराई जाता है, क्योंकि पौड़ियां की बनतर ऐसी हजूर ने बनाई है। मैं अर्ज करा कि शब्द कैसी कृपा करता है। शब्द एक है नाद, जिन्हों आप धुनात्मक शब्द कहने, इनू जोग मत मान ले जाओ। मैं एक बेनती करा, तरीके हो सकते हैं अपने अपने पहुंचन दे। हजूर धन गुरु गोबिंद सिंह जी ने पूछा सी किसे कि अमृत की दात देंदे हो, आम जेड़े दूजे धर्म ने की वो नहीं पहुंच सकते? एक सवाल सी। हजूर ने कहा जाते तो सारे उस पासे ने, पर उदाहरण दी कि रुख दे शिखर ऊपर फल है, कीड़ी भी मिठे फल तक पहुंचना चाहती है, पंछी भी पहुंचना चाहता है, पर कीड़ी विचारी नूं किन्नियां दा सहारा लाना पैंदा है, कदी तने दा, कदी टाणियां दा, कदी शाखावां ते पत्तियां दा, पता नहीं पहुंचे कि ना। पर सिख नूं एक विहंगम बनाया, विहंगम दर ते पंछी बनाया, पंछी जमीन तो उड्डे ते सीधा फल उत्ते जाके बैठ जाता है। यही तो खालसे दे फिर अर्थ ने। खालसे दे 2 अर्थ करने सी। एक तो खालस शुद्ध पवित्र, उंज खालसे का अर्थ है कि जमीन का वो टुकड़ा अजे भी हिंदुस्तान के पुराने कागजात जेड़े ना उत्थे मिलेगा, ये जमीन खालसा है। खालसा का मतलब इस जमीन का संबंध स्टेट नाल नहीं, ये जमीन फेडरल दी है, ये सेंटर दी है। कोई स्टेट वाला बंदा ये ते अधिकार नहीं बनाएगा। गुरु ने कहा तेरे रस्ते विच कोई होर नहीं, सिर्फ तेरा सीधा संबंध एक ओंकार दे नाल जोड़ दिता। तेरा संबंध उस नाल, खैर मैं प्रकरण विच रहा। शब्द है हुण, जो नाद है केड़ा अंदर है जिस विच नाद नहीं वज रहा? गुरु साहब ने तो कहा कि भुगत ज्ञान दया भंडारन घट घट वाजें नाद। कला यही नहीं, हुण आपां जे कह दईए जी जोग मत की गल से उन्होंने समझाने लई कही। गुरु अर्जुन देव सुखमनी साहब जी कह रहे हैं कि नौनिध अमृत प्रभ का नाम देही, मैं इसका विश्राम सुन समाद अनहत तैनाद। ये नहीं क्या भी मन मते, कहते कह ना जाई आचर्ज विस्माद। सतगुरु ने बाणी च फरमाया, कह लगे संतो कबीर साहब, मन पवने सुख बनिया किछ जोग प्राप्त गनिया गुर दखलाई मोरी। गुरु ने रस्ते दस दिते, आ रस्ते ने जेड़े तेरे अंदर गंद पै पांदे। गुर दखलाई मोरी जित मिर्ग परत खे चोरी, मूंद लिए दरवाजे बाजियले अनद बाजे। चेते रखियो दरवाजे काम ही 2 करते ने, जां बाहर दियां नूं अंदर ले आउंदे ने, जां अंदर वालियां नूं बाहर ले जांदे ने। दरवाजे विच रात तक कदी कोई रिहा ही नहीं। कदी आपां घर दे दरवाजे विच रात बैठे आ? दरवाजे दा सिर्फ काम इन्ना, बाहर दियां नूं अंदर लियाउणा, अंदर दियां नूं बाहर ले जाना। आ जिहड़े रब ने भी सानू दरवाजे दिते ने, काम ये भी 2 ही करते ने, जां तां अंदरों बाहर नूं भटका दिंदे ने, ते जां फिर कोई चंगा बाणी वल जुड़ पवे, बाहर दे भटकदियां होयां नूं अंदर ले आउंदे। दरवाजे 2 ही काम करते। मैं फिर बेनती करा कि देखो जिहड़ा नाद शब्द है वो हर एक दे अंदर गूंजदा पिया, उहनूं सुनिया किवें जाए? गुरु ने कला शब्द नहीं गुरु क्या, चेते रखो जिते शब्द की गल की नाल ध्वनि की गल भी की है। शब्द गुरु सुरत धुन चेला। हुण वो जिहड़ा नाद है उहनूं असी कन्नां दे विच घूं जिहड़ी चलदी, आपां ने इधर नहीं तुरना। वेखो एक है रस, सतगुरु कृपा करे जना देवे, एवें झूठ छड्डी जाए बंदा स्टेज ते बह के। हाँ गुरु ने क्या वो है अंदर वजदा है। सच ये वे कि बिना जपण तो भी अंदर जपींदा है, बिना सुनन तो अंदर सुनींदा है। एक दिन दास ने अर्ज की सी, किसे एक प्रश्न किया सी कि देखो जी रात सुत्तियां किवें नाम अंदर चल सकता है? अपनी बॉडी आराम कर दी, नाम किवें चलेगा? नहीं, शरीर कभी मुकम्मल नहीं सौंदा। जिदन शरीर मुकम्मल सौवेगा उसका नाम मौत होवेगा। असी रात नूं सुते हां,
पर साडा हार्ट वो वर्क कर रहा है, काम कर रहा है। हालांकि बाहर जिन्ना मर्जी तुसी मेहनत का काम करो, हार्ट कई गुना ज्यादा वर्क करता है। पर हार्ट ने कदी कहे कि सारा दिन मैं तेरे नाल इन्नी मेहनत की, तू रात नूं सोवेगा मैं भी सोवांगा। हार्ट नहीं सौंदा, वो अपना काम करी जा रहा है। वो खून अपने प्रैशर करी जा रहे है। किडनियां सारा दिन भी वर्क करदियां ने, रात नूं सुत्तियां भी सिस्टम चली जा रहा है। खून का ब्लड प्रैशर रात भी चली जा रही है। रात नूं सुत्तियां सवास भी चलते ने। जे रात सुत्तियां साडे सवास, साडी किडनी, साडा हार्ट, साडा खून चलता पिया, जिन्हां दे अंदर गुरु का शब्द वस जाए, कुछ हिस्सा सुता रहिंदा पर अंदर गुरु गुरु चलता ही रहिंदा, अंदर नाम चलता है। हुण वो जिहड़ा नाद है, ये भी एक शब्द है। मैं प्रकरण दू तोड़ा अगे कि गुरमुख नादंग कहते ने, गुरु के सन्मुख रह के समझ पैगी कि शब्द नाद रूप है। धुन में ध्यान, ध्यान में जाने। महाराज जी ने बड़े शब्द कहे ने हजूर जी की बाणी विच। एक तो शब्द है नाद रूप, वो सारियां विच वजदा, कल्ले साडे विच नहीं। केड़ी थां है जिथे वो नाद नहीं गूंज रहा। असी 3 गल्लां पढ़ियां गुरु रामदास की बाणी विचों। महाराज कहते ने मच्छियां देखियां बड़ियां ने, पर मच्छी सुनी तो कदी नहीं ना। पर गुरु रामदास कहते असीं सुनी। पंछी सुनिया, हरन दियां डारां उड़दियां देखियां, पर हरन ज्यादा सुनींदा नहीं। महाराज कहते ने असी मच्छी सुनी, पंछी सुनिया, हरन सुनिया, की कह लगे सारे दे सारे रब नूं गाउंदे पए सन। जो बोलत है मृगमीन पंखेरू, सो बिन हर जाप दिखै नहीं, होर साई तो बिना कोई जाप नहीं कर रहे। एक शब्द है नाद रूप। जदों कोई अभ्यास करता है, निरंतर वाहिगुरु गुरमंत्र का शब्द जपदा है, प्यारिओ एक गल मैं बेनती करा गुरु कोलों लैके। ठीक असीं कहांगे वाहिगुरु जपना है, गुरु दीख्या दी की लोड़ है। गुरु अमरदास जी की पाठ करदे एक दिन तो कई मनमुख भगत करें बिन सतगुर। कमाल हो गई भी मनमुख ते भगती दोवें इकट्ठे। महाराज कहते अंदर दी खौमे नहीं छड़दा। मनमुख भगत करे बिन सतगुर भगत ना होई राम। ये सच है। बिन सतगुर किन्ह ना पाया, बिन सतगुर किन्ह ना पायो, बिन सतगुर किन्ह ना पाया। सतगुर विच आप रखे उन कर प्रगट आख, सुनाया बिन सतगुर किन्ह ना पायो। गुरु तो बिना नहीं। खैर वो नाद जिहड़ा अंदर गूंजदा है। एक सज्जन दे मैं शब्द पढ़ रहा सा ते उन्हें गल कही, कहंदा साध हो ये बाणी नहीं। अनहद की धुन न्यारी, पहले पहले रलमिल बाजै, पाछे न्यारी न्यारी। एक वो नाद जिहड़ा है उहदे ते कब्जा जोगी दा नहीं, सिख दा नहीं, हिंदू दा नहीं, वो तो यूनीवर्सल ट्रुथ है। सच एक है। एक शब्द नाद रूप। दूसरी बेनती गुरमुख वेदंग। वेद का अर्थ कोश मुताबक ज्ञान। हुण जदों ज्ञान नूं आपां किते ना शेयर करने आ, जां बोलांगे ते जां लिखांगे, जिन्हां ने उस नाद नूं सुनिया ते फिर महाराज कहंदे ने यह शब्द वेदंग ज्ञान रूप विच अखरां दे रूप विच प्रगट होया। ते जिस गुरु ग्रंथ साहिब दे शब्द दे आपां दर्शन करने आ, वेदंग रूप वो ज्ञान अखरां दा रूप है। पर यह ज्ञान अखर ज्ञान तो सखणे नहीं। ये अखरां च गुरु आप समोया है। आम विद्वान कहते ने लिखत विच लिखारी दी रूह समांदी है। इन्हां शब्दां विच गुरु आप वसे है। सिमरन नरजिंद नहीं। हर सिमरन में आप निरंकारा। ना मैं अंदर खौ वसा, नाम दे अंदर आप साई वसदा है। यही कारण कि बाणी विच रब भी समोया है, बाणी विच अमृत भी समोया है, बाणी विच गुरु भी समोया है, बाणी विच धर्म भी समोया है। केड़ी चीज है जिहड़ी इस अखरी शब्द दे विच समाई हुई नहीं। महाराज कहते ना कि हमारी प्यारी अमृतधारी। अमृतधारी दा अर्थ जिन्हें अमृत धारण कीता है। अमृत है ये निरंकार है। वाह वाह बाणी निरंकार है। निरंकार क्योंकि इस शब्द नाल जुड़ के निराकार की विलखता हो जाती है। गुरमुख नादंग, गुरमुख वेदंग। जदों अखरा अखरी नाम भी जपो, क्योंकि
ਅੱਖਰਾਂ ਤੋਂ ਬਿਨਾ ਗੱਲ ਨਹੀਂ ਬਣਨੀ। ਮੇਰੀ ਬੇਨਤੀ ਜੇ, ਇਹਨੂੰ ਮਕੈਨੀਕਲ ਰੈਪੀਟੇਸ਼ਨ ਵੱਲ ਮਤ ਲਿਜਾਈਏ, ਇਹਨੂੰ ਪੁਨਰੁਕਤੀ ਦੋਸ਼ ਵੱਲ ਨਾ ਲਿਜਾਈਏ, ਕਿਉਂਕਿ ਸਾਡੀ ਇੱਕ ਸਮੱਸਿਆ ਹੈ ਬੜੀ ਵੱਡੀ। ਉਹ ਸਮੱਸਿਆ ਇਹ ਵੇ ਕਿ ਸਿੱਖ ਪੰਥ ਨੂੰ ਗਿਆਨੀਆਂ ਤੋਂ ਖਤਰਾ ਨਹੀਂ ਜੇ, ਅੱਧੇ ਗਿਆਨੀਆਂ ਤੋਂ ਖਤਰਾ ਜੇ। ਸੱਚੀ ਗੱਲ ਹੈ। ਗਿਆਨਵਾਨ ਬੰਦਾ ਤਾਂ ਗੱਲ ਕਰੇਗਾ ਸਿਰੇ ਦੀ, ਤੇ ਜਿਹੜਾ ਕੱਚਾ ਭੁੱਜਾ ਗਿਆਨੀ ਹੈ ਨਾ, ਮੁਕੰਮਲ ਨਹੀਂ। ਸੱਚੀ ਗੱਲ ਹੈ। ਉਹ ਕਈ ਵਾਰੀ ਡੋਬਣ ਦੀ, ਇਹਨੂੰ ਗੁਰੂ ਨੇ ਕਿਹਾ ਕਾਚੇ ਗੁਰ ਤੇ ਮੁਕਤ ਨਾ ਹੁਆ। ਗੁਰੂ ਸ਼ਬਦ ਵਰਤਿਆ ਪਰ ਕਹਿੰਦੇ ਕੱਚਾ ਹੈ। ਉਹ ਅੱਧ ਤਾਂ ਗੱਲ ਕਹਿੰਦੇ ਅਸੀਂ ਤੁਕ ਚੁੱਕ ਲੈਨੇ। ਵੇਖੋ ਜੀ, ਮੂੰਹ ਨਾਲ ਬੋਲਣ ਦਾ ਕੀ ਲਾਭ? ਪਖੰਡ ਵਾਲੀ ਥਾਂ ਤੇ ਕੋਈ ਲਾਭ ਨਹੀਂ, ਤੇ ਜਿੱਥੇ ਭਾਵਨਾ ਹੈ ਉੱਥੇ ਬੋਲ ਤੇ ਬੋਲਣ ਦਾ ਕੋਈ ਅਰਥ ਹੈ। ਕਬੀਰ ਸਾਹਿਬ ਦੇ ਮੈਂ ਦੋ ਸ਼ਲੋਕ ਕਹਿਣਾ। ਇੱਕ ਪਾਸੇ ਕਬੀਰ ਸਾਹਿਬ ਕਹਿੰਦੇ ਨੇ, ਮੁੱਲਾ ਮੁਨਾਰੇ ਕਿਆ ਚੜ੍ਹੇ, ਸਾਈਂ ਨਾ ਬਹਿਰਾ ਹੋਏ। ਕਿਹਨੂੰ ਸੁਣਾਨਾ ਪਿਆ ਕਿ ਰੱਬ ਬੋਲਾ ਹੈ? ਜਾ ਕਾਰਨ ਜਾ ਨਹੀਂ, ਜਾ ਜਿਸ ਲਈ, ਜਿਸ ਕਾਰਨ, ਜਿਹਦੇ ਵਾਸਤੇ, ਜਾ ਕਾਰਨ ਤੂੰ ਬਾਂਗ ਦੇ, ਦਿਲ ਕੀ ਭੀਤਰ ਜੋਏ। ਕਿਉਂ ਰੌਲਾ ਪਾਉਣਾ ਪਿਆ? ਥੱਲੇ ਉਤਰ। ਜਿਹਨੂੰ ਤੂੰ ਪੁਕਾਰਨਾ ਤੇਰੇ ਦਿਲ 'ਚ ਨਹੀਂ। ਪਰ ਦੂਜਾ ਪਾਸ ਦੇਖੋ, ਇਹ ਪ੍ਰਪੰਚ ਬਣ ਗਿਆ ਸੀ। ਜਦੋਂ ਕੋਈ ਆਦਮੀ ਆਮ ਬੈਠਾ ਜਪਦਾ ਨਹੀਂ, ਉਹਨੂੰ ਕਹਿੰਦੇ ਨੇ ਰੱਬ ਨੇ ਜੇ ਜ਼ਬਾਨ ਦਿੱਤੀ ਹੈ ਤੇ ਉੱਚੀ ਕੂਕ, ਪਤਾ ਨਹੀਂ ਕਿਹੜੀ ਕੂਕ ਰੱਬ ਦੀ ਦਰਗਾਹ ਵੀ ਸੁਣੀ ਜਾਏ। ਹੁਣ ਕੂਕਣ ਦਾ ਸੰਬੰਧ ਵੀ ਬਾਣੀ ਜ਼ਬਾਨ ਨਾਲ ਹੈ। ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੇ ਕਬੂ ਕੈ ਸੁਨੇ, ਪੁਕਾਰ ਗੁਰਮੁਖੋ। ਇਹ ਕੱਲੇ 35 ਅੱਖਰ ਨਹੀਂ, ਇਹਨਾਂ ਅੱਖਰਾਂ ਵਿੱਚ ਮੇਰਾ ਗੁਰੂ ਆਪ ਸਮੋਇਆ ਹੋਇਆ ਹੈ। ਦਾਸ, ਪਿਛਲੇ ਦਿਨੀ ਹਜ਼ੂਰ ਸਾਹਿਬ ਸੀ। ਹਜ਼ੂਰ ਸੱਚੇ ਪਾਤਸ਼ਾਹ ਦੇ ਗੁਰਗੱਦੀ ਦਿਵਸ ਬਾਰੇ, ਕਿਉਂਕਿ ਸੱਚੀ ਸਰਕਾਰ ਨੇ ਆਪਣੇ ਪਿਆਨੇ ਤੋਂ 5 ਦਿਨ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਦਿੱਤਾ ਸੀ। ਪਿਆਨਾ ਬਾਅਦ ਵਿੱਚ ਕੀਤਾ ਹੈ ਹਜ਼ੂਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ। ਪਰ ਗੱਲ ਇੰਨੀ ਕੁ ਵੇ, 5ਵੇਂ ਜਾਮੇ ਪ੍ਰਕਾਸ਼ ਕਰਾਇਆ ਤੇ ਬਾਬਾ ਬੁੱਢਾ ਸਾਹਿਬ ਨੇ ਹੁਕਮਨਾਮਾ ਲਿਆ। ਗੁਰੂ ਸਾਹਿਬ ਤਾਬਿਆ ਨਹੀਂ ਬੈਠੇ, ਗੁਰੂ ਅਰਜਨ ਦੇਵ ਨਹੀਂ ਬੈਠੇ। ਅਸੀਂ ਭਾਵੇਂ ਪੋਥੀ ਪਰਮੇਸ਼ਰ ਕਾ ਥਾਨ ਕਹਿੰਦੇ ਆ, ਉਹ ਇਸ ਝਗੜੇ 'ਚ ਨਹੀਂ ਪੈਣਾ ਚਾਹੀਦਾ। ਪੋਥੀ ਕਹੋ, ਗ੍ਰੰਥ ਕਹੋ, ਪਰ ਗੁਰੂ ਅਰਜਨ ਦੇਵ ਕੋਲ ਬੈਠੇ ਤੇ ਜਿਹੜਾ ਹੁਕਮ ਆਇਆ ਉਹ ਵੀ ਗੁਰੂ ਅਰਜਨ ਦੇਵ ਦਾ ਉਚਾਰਨ ਕੀਤਾ। ਕਮਾਲ ਦੀ ਗੱਲ, ਸੂਈ ਮਹੱਲਾ 5ਵਾਂ ਸੰਤਾਂ ਕੇ ਕਾਰਜ ਆਪ ਖਲੋਇਆ। ਜਿੰਨਾ ਉਚਾਰਨ ਕੀਤਾ ਸੁਣ ਕੇ ਉਹਨਾਂ ਮੱਥਾ ਟੇਕ ਦਿੱਤਾ। ਆਮ ਕਵੀ ਕੋ ਹੁੰਦਾ, ਕਹਿੰਦਾ ਮੇਰੀ ਵੀ ਤਾਂ ਕਵਿਤਾ ਹੈ। ਕਹਿੰਦੇ ਨਹੀਂ ਭਲਿਓ, ਭਾਵੇਂ ਸਾਡੇ ਸਰੀਰ ਦੇ ਮਾਧਿਅਮ ਰਾਹੀਂ ਸ਼ਬਦ ਆਇਆ ਹੈ, ਪਰ ਸ਼ਬਦ ਦੀ ਮਹਾਨਤਾ ਹੈ। ਤੁਸੀਂ ਵੀ ਸੁਣੋ ਤੇ ਮੈਂ ਵੀ ਸੁਣ ਕੇ ਇਹਨੂੰ ਮੱਥਾ ਟੇਕਣਾ। ਫਿਰ ਜਦੋਂ ਗੁਰੂ ਕਲਗੀਧਰ ਜੀ ਦਾ ਵਕਤ ਆਉਂਦਾ ਹੈ, ਹਜ਼ੂਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਨੇ ਪਰਿਕਰਮਾ ਕਰਕੇ। ਪਰ ਉੱਥੋਂ ਦੀ ਪਰੰਪਰਾ ਕਹਿੰਦੀ ਹੈ ਕਿ ਹੁਕਮਨਾਮਾ ਗੁਰੂ ਕਲਗੀਧਰ ਜੀ ਨੇ ਆਪ ਲਿਆ ਹੈ, ਆਪ ਤਾਬਿਆ ਬੈਠੇ ਨੇ। ਤੇ ਉੱਥੇ ਬੈਠਿਆਂ ਸਿੰਘ ਸਾਹਿਬ ਨੇ ਗੱਲ ਕਹੀ, ਕਹਿਣ ਲੱਗੇ ਭਾਈ ਸਾਹਿਬ ਗੱਲ ਤਾਂ ਇੰਨੀ ਹੈ, 5ਵੇਂ ਜਾਮੇ 'ਚ ਸਾਨੂੰ ਬਹਿਣ ਦੀ ਜਾਚ ਸਿਖਾਈ ਤੇ 10ਵੇਂ ਜਾਮੇ ਵਿੱਚ ਕਹਿ ਦਿੱਤਾ ਜਿੱਥੇ ਤੈਨੂੰ ਬਿਠਾਇਆ ਮੈਂ ਵੀ ਉੱਥੇ ਬੈਠ ਗਿਆ। ਗੱਲ ਬੜੀ ਸੋਹਣੀ ਸੀ। ਤਾਬਿਆ ਉੱਥੇ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਬਤ ਸੁਖ ਪਾਇਆ ਰਾਮ। ਦੇਖੋ ਜਿਹੜਾ ਇਹ ਅਖਰੀ ਸ਼ਬਦ ਹੈ ਨਾ, ਇਹ ਬੜੀ ਕਿਰਪਾ ਕਰਦਾ ਹੈ। ਜਿੰਨਾ ਕੋਈ ਜਿਸ ਘਰ ਵਿੱਚ ਬੋਲ ਕੇ ਬਾਣੀ ਪੜੇਗਾ, ਉਹਨਾਂ ਉਸ ਘਰ ਦਾ ਵਾਤਾਵਰਨ ਆਪਣੇ ਆਪ ਚੇਂਜ ਹੋਈ ਜਾਏਗਾ। ਸੱਚ ਹੈ, ਕਿਉਂਕਿ ਸ਼ਬਦ ਦੀ ਆਪਣੀ ਤਸੀਰ ਹੈ। ਕਦੀ ਤੁਸੀਂ ਦੇਖੋ ਨਿਤਨੇਮ ਕਰਨ ਵਾਲਾ ਬੰਦਾ ਉਸ ਘਰ ਵਿੱਚ ਬੈਠ ਜਾਏ ਜਿੱਥੇ ਕਦੀ ਨਾਮ ਨਹੀਂ ਜਪਿਆ ਜਾਂਦਾ, ਉੱਥੇ ਅੰਦਰ ਨਹੀਂ ਟਿਕਦਾ, ਕਿਉਂਕਿ ਉੱਥੋਂ ਦੀ ਵਾਈਬ੍ਰੇਸ਼ਨ, ਉੱਥੋਂ ਦਾ ਆਭਾ ਮੰਡਲ, ਉੱਥੋਂ ਦੀਆਂ ਜੋ ਕੁਝ ਵੀ ਕਿਰਨਾਂ ਨੇ ਜਾਂ ਬੰਦੇ ਦੀ ਬੋਡੀ ਵਿੱਚੋਂ ਨਿਕਲਦਾ ਹੋਇਆ ਆਭਾ ਮੰਡਲ ਨੈਗੇਟਿਵ ਜਾਂ ਪੋਜ਼ਿਟਿਵ ਹੈ, ਉਹ ਬੰਦੇ ਦੇ ਸਰੀਰ ਉੱਤੇ ਅਸਰ ਜ਼ਰੂਰ ਕਰਦਾ। ਇਹਨੂੰ ਆਪਾਂ ਸਤ ਸੰਗਤ ਕਹਿੰਦੇ। ਕਿਉਂ ਅੰਦਰ ਟਿਕ ਜਾਂਦਾ? ਇਹ ਜਿਹੜਾ ਵੇਦਨ ਸ਼ਬਦ। ਤੇ ਤੀਸਰਾ ਹੈ ਗੁਰਮੁਖ ਰਿਆ ਸਮਾਈ। ਹੁਣ ਨਾਦ ਸੁਣਿਆ ਜਾਂਦਾ ਹੈ, ਵੇਦ ਵੇਖਿਆ ਜਾਂਦਾ ਹੈ, ਅੱਖਰ ਤੇ ਬੋਲਿਆ ਜਾਂਦਾ ਹੈ, ਤੇ ਇੱਕ ਗੁਰੂ ਸ਼ਬਦ ਦਾ ਹੈ ਇੱਕੋ ਹੀ। ਤਿੰਨ ਨਹੀਂ ਮੈਂ ਕਹਿ ਰਿਹਾ, ਤਿੰਨਾਂ ਰੂਪਾਂ 'ਚ ਵਰਤਦਾ, ਪਰ ਹੈ ਇੱਕ। ਗੁਰਮੁਖ ਰਿਆ ਸਮਾਈ। ਜਿੱਥੇ ਵੀ ਸਿੱਖ ਜਾਂਦਾ ਹੈ, ਕੋਈ ਥਾਂ ਐਸੀ ਨਹੀਂ ਜਿੱਥੇ ਗੁਰੂ ਨਹੀਂ। ਤਾਂ ਹੀ ਫਿਰ ਕਹਿੰਦਾ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ
ਛਡਾਈ। ਹੁਣ ਆਪਾਂ ਸਵਰੂਪਤਾ ਨਾਲ ਨਹੀਂ ਲਿਜਾਂਦੇ। ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਗੁਰਦੁਆਰੇ ਵੇ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਦਾ है नाले की चीज अगली तो के सिमर सिमर ते सदा संभाले। कि आ स्पेस खाली? बिल्कुल खाली नहीं। इस खला विच क्योंकि आप पंज तत्त मनने, इस्लाम ने आकाश नूं तत्त नहीं मन्निया, वो 4 तत्त मानते। पर जेड़े तत्तां दी गल है ये भी सांख शास्त्र विचों आई है। 5 तत्त ने, 5 गुण ने, 5 इन्हां दे ज्ञान इंद्रे ने, यही 5 अंदर भांबड़ माई पेटे। दुआरे 9 ने पर चेते रखियो कर्म इंद्रे ते ज्ञान इंद्रे 10 ने। 5 कर्म इंद्रे, 5 ज्ञान इंद्रे। पौण पानी आ जिहड़े असीं वरतने आ, अपना हवा, मिट्टी, आ आकाश आदि अग, ये 5 तत्त ने। साडे बॉडी किवें तत्तां नाल जुड़ी है? असीं जिस दिन बाहरों टुट जाएंगे उस दिन साडी बॉडी खत्म हो जाएगी। बॉडी इको दम बड़ी चलाकी वरदी, जदों जिंद निकलदी है सिर्फ ढांचा बाहर पिया रहिंदा, पर तत्त जिहड़े सूक्ष्म ने इको दम बॉडी नूं छड्ड के अपने मूल च चले जांदे ने। पवन है मैं पवन समाया, ज्योति मैं ज्योत रल जाया, माटी माटी होई एक, रोवण खारे की कवन टेक। साडियां अखां ये अग नाल जुड़ियां ने। ये अग दा ज्ञान इंद्रा जे, अग तत्त दा। की कारण? रात हनेरा है ते आपां लाइट क्यों बालने? अखां दी जोत होण दे बावजूद आई साइट बिल्कुल ठीक, पर कहने दीवा लियाओ, क्योंकि अंदर दी जोत भी तां काम करेगी जे बाहरों जोत चमकदी दिसेगी, क्योंकि ये अंदर वाली बाहर दी रोशनी नाल जुड़ी हुई है। आ साडियां अखां अग दा इंद्रा ने, ते सब तो वध अंदर अग भी ये लांदियां जी। उस तो अगे आ जिहड़ी साडी जीभ है, ये रसना आप इहनूं कह लीए, ये पानी का इंद्र है। जिस बंदे दे मूँह विचों पानी खत्म हो जाता वो बीमार हो जाता है। कई बंदियां दी मौत तक हो जाती, ये पानी नाल जुड़िया इंद्र है। साडा नक है, ये मिट्टी नाल जुड़िया होया इंद्र, इहनूं गंध सुगंध दा पता है। साडे कन ने, ये आकाश दा इंद्रा ने। आ साडी स्किन, क्योंकि साडी बॉडी विच सब तो वड्डा जे ज्ञान इंद्रा आकार करके है, वो साडी त्वचा, साडी स्किन है, क्योंकि इन्हें सारे तन नूं ढकिया है। ते किते भी बॉडी दी स्किन नूं स्पर्श करो, ये खिन विच पता लग जाता फलानी थां ते कोई हरकत हो रही है, कीड़ी भी चढ़े। साडी जिहड़ी स्किन है हवा दा इंद्रा है, क्योंकि इहदा संबंध हवा नाल है। कन्नां दा संबंध आकाश नाल है, जीभ दा संबंध पानी नाल है, अखां दा संबंध अग नाल है, नक दा संबंध मिट्टी दे नाल है, क्योंकि जो ब्रह्मंडे सोई पिंडे। मैं फिर प्रकरण अंदर रहा कि देखो जिहड़ा रहा समाई आई, इत्थे सारियां थावां खाली नहीं। हुण तां साइंस ने सिद्ध कर दिता ते असीं ऐसता रूहानीयत नूं उन्ना को मनन लग पे जिन्ना को साइंस सिद्ध करी जाती, क्योंकि बाकी तो डर लगदा जे कह दिता आपां सिद्ध नहीं कर सकते। नहीं, बाबे दी गल नूं मान लईए, जो गुरु ने कहा वो त्रैकाल ही सत है, वो सच है। क्या खाली है? दुनिया भर दे चैनल इत्थे तरंगा ने इस हाल विच, दुनिया भर दे मोबाइल फोन जिन्ने ने वो हवा विच तरंगा जा रही ने, खाली नहीं। पर जे किसी को रेडियो है, मोबाइल फोन है, जां किसी को टीवी है, वो सब कुछ प्रगट हो जाता हवा विच ही हुंदा है। पर प्रगट करने वाला जंतर चाहिए है। किहड़ी थां में जिथे मेरा गुरु का शब्द नहीं वरदा, भावना वाला हिरदा जंगल विच बैठा होया भी प्रगट कर दिंदा है। सो सतगुरु प्यारा मेरे नाल है, बस अभ्यास की लोड़ है। एक बारी काम बन लग पे ना, उहदा स्वाद ही वखरा। जे सच्ची एवे असी बाहरों लोगों को इंजैक्शन दे रहे हैं धर्म दे, धर्म इंजैक्शन नहीं, धर्म एजुकेशन है। एजुकेशन और इंजैक्शन दो शब्द ने। एजुकेशन का अर्थ सिक्ख्या नहीं करांगे, तुसी पढ़े लिखे हो, मैं तो खैर इन्ना पढ़िया नहीं अंग्रेजी। जिहड़ा एजुकेशन शब्द है उहदा अर्थ है खिंचना, अंदरों बाहर नूं प्रगट करना। इंजैक्शन का अर्थ हुंदा बाहरों लाना। धर्म असल विच सिमरन करके अंदरों ही प्रगट होना है। पर बंदे बाहरों सिखाई जाते हैं, पर अंदर की सोझी कोई नहीं, अंदर की समझ नहीं पै रही अंदर की है। तो सारी गुरु ग्रंथ साहिब की बाणी ने
किते रब नूं क्या नहीं बाहरों खोज, कहंदे ने खोजी दा ओनू जिन्नू गवाचिया हुंदा, तू बंदा बन, वो तेरे अंदर बंदे खोज दिल हर रोज़ अपने आप नूं खुश। ये शब्द तिन्ना रूपां च धन गुरु तेग बहादुर सच्चे पातशाह कल अर्ज की हजूर दे 59 शब्द ने ते 57 श्लोक ने, ते जिन्ना को स्टडी करन दा वक्त मिलता है। बेअंत बख्शा ने गुरु तेग बहादुर दी बाणी विच, पर आम तौर पर साडे लोग इक्को शब्द नूं दोहराई जा रहे ने, बैरागमई बाणी, बैरागमई बाणी। ते एक दिन मन च आया सारी बाणी का पाठ करते हैं, क्योंकि त्याग तो बाणी शुरू हुंदी है। ते कल अर्ज की सी पकड़न ते बाणी मुकदी है। गुरु तेग बहादुर दी बाणी विच पहली गल त्याग है, दूसरा इस विच बैराग है, ते तीसरा शब्द अज फिर मैं दोहरान लगा, इस विच अनुराग है, प्यार है। त्याग काहदा है? परिवार नूं त्यागना है, ध्यान दिया जे, कि अपने घर बाहर नूं त्यागना है। जेड़े लोग घर बाहर नूं त्याग के भजन लगे, कोई जंगल नूं जा रहा सी, कोई पहाड़ां नूं जा रहा सी, गुरु तेग बहादुर जी कहंदे ने, ओ भलिया वापस आ, रब तेरे नाल इस तरह जिवें छेवें शीशे विच प्रतिबिंब ते जिवें फुੱਲ दे विच सुगंधी है, वो इन्ना नेड़े होण दे बावजूद किहड़े जंगल विच भटकना पिया है। घर दे त्याग दी गल नहीं कीती। काहे रे बन खोजन जाई, क्यों जंगल लभण तुर पिया है? क्योंकि उदों लोकी जंगलों नूं बहुत भाजे सन। ते सच्ची गल जे जिहड़ा अज माहौल बनिया पिया ना, अज तां लोकां ने शहर ही जंगल बनाए पे ने। महाराज कहते ने, काहे रे बन खोजन जाई, सरब निवासी सारिया थावां ते रहिंदा, सदा अलेपा रह के भी अलेप, तो ही संग समाई, वो तेरे नाल भी है। किवें जी मेरे नाल? कहन लगे, पोप मद ज्यों बांस बस्त है, मुकर माहे जैसे शाई, तैसे ही हर बसे निरंतर घट ही खोजो। भाई आ दो तुकां दे अर्थ आपां जरूर करने। पोप मद ज्यों बांस बस्त है, मुकर माहे जैसे छाई, जिवें शीशे विच प्रतिबिंब, दर्पण विच प्रतिबिंब ते फुੱਲ विच सुगंधी। एक अदृष्ट है, एक अदृष्ट है ते दूजा दृष्टमान है। फुੱਲ दिसदा है पर सुगंधी निराकार है। बड़ी कमाल की गल की। देखो सतगुरु का फलसफा एक तुक विच कहन लगे, वो इस तरह रहिंदा है जिवें फुੱਲ विच सुगंधी, वो इस तरह रहिंदा है जिवें दर्पण दे विच परछावां। दर्पण इकल्ला खाली है, परछावां दिसदा ही उदों भी जदों बंदा सामने जांदा है। कल्ला तो कुछ भी नहीं, सिर्फ शीशा है। कहंदे ने, वो तेरे अंदर है, तू सामने हो तो सही, तू अपने आप नूं सामने कर, तेरे अंदरों झलका मारेगा, वो इस तरह निकलेगा जिवें शीशे विचों तेरा चेहरा निकलता है, पर शीशा फिर खाली है। शीशे फिर मेरी बेनती समझो जो करनी चाहना, जिन्हों बाबा जी ने कहा, कबीर जाको खोजते पायो सोई ठौर, वो अंदरों लब क्या सोई फिर कह तू भया जाको कहता और। जिन्हों तू कहना से बगाना हो तो तू ही है। फुੱਲ दी सुगंधी सिर्फ अनुभव की जाती है, देखी नहीं जाती। पंखड़ियां दिसदियां ने, ते जिहड़ा प्रतिबिंब है वो सुगंधी नहीं हुंदा, वो केवल देखा जाता है। महाराज कहते सरगुण भी है ते अदृष्ट भी है। काहे रे बन खोजन जाई, सर्ब निवासी सदा अलेपा, तो ही संग समाई, पोप मद ज्यों बांस बस्त है, मुकर माहे जैसे शाई, तैसे ही हर बसे निरंतर घट ही खोजो। भाई महाराज कहते हैं किताबां चो नहीं, जन नानक बिन आपा चीनै, अपने आप नूं चीन तू की है। मैं बेनती करा, बहुत घट सज्जन मिलते आ जिहड़े अंदर दी गल वाले पासे तुरदे। सच्ची गल जे तुसीं सूझवान बैठे हो, साडे झगड़ी तां ने क्योंकि अंदर वाल झाती मारी हुई नहीं, बाहर नूं बंदा देखदा है। यहूदियां विच एक बड़ी सोहनी कहानी है। एक आदमी रोज यहूदियां विच शहर तो बाहर नदी दे किनारे बैठदा सी।
ਤੇ ਰੋਜ਼ ਮਹੱਲੇ ਦੇ ਉਹ ਅਮੀਰ ਲੋਕਾਂ ਦਾ ਏਰੀਆ ਸੀ, ਉੱਥੇ ਚੌਕੀਦਾਰ ਨੇ ਦੇਖਣਾ ਹੈ ਬੰਦਾ ਰੋਜ਼ ਆਉਂਦਾ ਹੈ। ਇੱਕ ਦਿਨ ਮਨ ਚ ਆਏ ਕੀ ਕਰਦਾ, ਉਹਦੇ ਪਿੱਛੇ ਚਲਾ ਗਿਆ, ਉਹ ਨਦੀ ਦੇ ਕਿਨਾਰੇ ਗਿਆ, ਅੱਖਾਂ ਬੰਦ ਕਰਕੇ ਉਹ ਬੈਠ ਗਿਆ। ਕਿਤਨਾ ਸਮਾਂ ਉਹ ਬੈਠਾ ਰਿਹਾ, ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ, ਲੋਕਾਂ ਦੇ ਉੱਠਣ ਤੋਂ ਪਹਿਲਾਂ ਉਹ ਵਾਪਸ ਆ ਗਿਆ। ਚੌਕੀਦਾਰ ਨੇ ਰੋਕ ਲਿਆ, ਕਹਿੰਦਾ ਤੂੰ ਕੌਣ ਹੈ, ਰੋਜ਼ ਜਾਣਾ? ਉਹਨੇ ਕਿਹਾ ਵੀ ਤੂੰ ਕੌਣ ਮੈਨੂੰ ਪੁੱਛਣ ਵਾਲਾ? ਉਹਨੇ ਆਪਣਾ ਕਾਰਡ ਦਿਖਾਇਆ, ਕਹਿੰਦਾ ਮੈਂ ਚੌਕੀਦਾਰ। ਕਹਿੰਦਾ ਤੇਰਾ ਕੰਮ ਕੀ ਹੈ? ਕਹਿੰਦਾ ਮੇਰਾ ਕੰਮ ਲੋਕਾਂ ਦੇ ਘਰਾਂ ਵਿੱਚ ਪਹਿਰੇ ਦੇਣਾ ਹੈ। ਉਹ ਕਹਿੰਦੇ ਨੇ ਮੈਂ ਵੀ ਚੌਕੀਦਾਰ ਆ, ਮੇਰਾ ਕੰਮ ਵੀ ਪਹਿਰਾ ਦੇਣਾ ਹੈ। ਤੂੰ ਲੋਕਾਂ ਦੇ ਦਰਵਾਜ਼ਿਆਂ ਤੇ ਪਹਿਰਾ ਦੇਣਾ ਹੈ, ਮੈਂ ਰਾਤ ਨੂੰ ਜਾ ਕੇ ਆਪਣੇ ਅੰਦਰ ਦਾ ਪਹਿਰਾ ਦੇਣਾ ਪਿਆ। ਤੂੰ ਦੇਖਣਾ ਇਹਨਾਂ ਘਰਾਂ ਵਿੱਚ ਬਾਹਰੋਂ ਕੋਈ ਨਾ ਵੜ ਜਾਏ, ਤੇ ਮੈਂ ਅਭਿਆਸ ਕਰਨਾ ਵਾ ਮੇਰੇ ਅੰਦਰ ਵਾਸ਼ਨਾਵਾਂ ਵਕਾਰ ਨਾ ਕਿਤੇ ਵੜ ਜਾਣ। ਤੂੰ ਲੋਕਾਂ ਦੇ ਦਰਵਾਜ਼ੇ ਦਾ ਪਹਿਰਾਦਾਰ ਹੈ, ਮੈਂ ਆਪਣੇ ਦਰਵਾਜ਼ਿਆਂ ਦਾ ਪਹਿਰੇਦਾਰ ਬਣ ਰਿਹਾ। ਜਦੋਂ ਕਿਤੇ ਬਾਣੀ ਚੋਂ ਮੈਂ ਇਹਨੂੰ ਵੇਖਿਆ ਤੇ ਮਹਾਰਾਜ ਜੀ ਨੇ ਕਿਹਾ ਦਿਲ ਦਰਵਾਨੀ ਜੋ ਕਰੇ, ਦਰਵਾਨੀ ਦਾ ਅਰਥ ਹੁੰਦਾ ਪਹਿਰੇਦਾਰ। ਆਪਣੇ ਦਿਲ ਦਾ ਪਹਿਰਾ ਦੇ ਉਹ ਮਣਾ, ਤੇਰਾ ਦਿਲ ਤਾਂ ਲੁੱਟਿਆ ਗਿਆ, ਲੋਕਾਂ ਦੇ ਬੂਹੇ ਬਚਾਉਂਦਿਆਂ ਬਚਾਉਂਦਿਆਂ ਤੇਰਾ ਆਪਣਾ ਘਰ ਖਾਧਾ ਗਿਆ। ਸੱਚੀ ਮੇਰੀ ਗੱਲ ਨੂੰ ਮਹਿਸੂਸ ਨਾ ਕਰਿਓ, ਇਹਨੂੰ ਮੇਰੇ ਤਰਲਾ ਜੇ ਮੇਰਾ ਕਿ ਆਪਣੇ ਅੰਦਰ ਦੇਖੀਏ। ਇੱਕ ਬੱਚਾ ਕਲਾਸ ਚ ਪੜ੍ਹਦਾ ਹੈ, ਮਾਂ-ਬਾਪ ਕਹਿੰਦਾ ਸਾਲ ਬਾਅਦ ਉਹ ਅੱਗੇ ਜਾਏ, ਉਹਦਾ ਗ੍ਰੇਡ ਵਧੇ, ਕਲਾਸ ਬਦਲੇ। ਤੇ ਇੱਕ ਬੱਚਾ 5 ਸਾਲ ਇੱਕੋ ਕਲਾਸ ਵਿੱਚ ਰਹੇ ਤੇ ਮਾਂ-ਬਾਪ ਪਰੇਸ਼ਾਨ ਹੋ ਕੇ ਕਹਿੰਦਾ ਟਾਈਮ ਵੇਸਟ, ਰੁਪਈਏ ਬਰਬਾਦ। ਉਹ ਭਲਿਆ ਬਾਹਰ ਦੀਆਂ ਕਲਾਸਾਂ ਤਾਂ ਹਰ ਸਾਲ ਬਦਲਣੀਆਂ ਚਾਹਨਾ ਹੈ, ਤੇ 40-40 ਸਾਲ ਹੋ ਗਏ ਗੁਰਦੁਆਰੇ ਆਇਆ, ਅੰਦਰ ਦੀ ਕਲਾਸ ਤਾਂ ਬਦਲੀ ਕੋਈ ਨਹੀਂ। ਕਾਮ ਵੀ ਉੱਥੇ ਖਲੋਤਾ ਹੈ, ਕ੍ਰੋਧ ਵੀ ਉੱਥੇ ਖਲੋਤਾ ਹੈ, ਨਿੰਦਿਆ ਵਾਲਾ ਸਵਾਦ ਵੀ ਰੱਜ ਕੇ ਮਾਨਣਾ ਪਿਆ। ਇੰਨੇ ਸਾਲ ਹੋ ਗਏ, ਆਇਆ ਮੱਥਾ ਟੇਕਿਆ, ਪ੍ਰਚਾਰਕ ਆਇਆ, ਕੀਰਤਨੀਆਂ ਸੁਣਿਆ, ਸਾਲ ਬਾਅਦ ਕਦੀ ਕਰ ਲਿਆ ਕਰ ਲੇਖਾ ਵੀ ਅਗਾ ਕਲਾਸ ਟੱਪਾਂ ਕੇ ਪਿਛਾ ਜਾਣਾ ਪਿਆ। ਆਪਣੇ ਅੰਦਰ ਥੋੜਾ ਜਿਹਾ ਰੋਜ਼ ਅਭਿਆਸ ਕਰਨਾ ਸ਼ੁਰੂ ਕਰੀਏ। ਮਨ ਨਹੀਂ ਵੀ ਲੱਗਦਾ, ਖਾਸ ਕਰਕੇ ਅਭਿਆਸ ਲਈ ਜਿੰਨਾ ਗੁਰਮੁਖਾਂ ਨੇ ਪੜ੍ਹਨਾ, ਕਿਉਂਕਿ ਗੁਰਮਤ ਦੇ ਸਾਹਿਤ ਵਿੱਚ ਸਭ ਤੋਂ ਵੱਡੀ ਗੱਲ ਤਾਂ ਗੁਰੂ ਗ੍ਰੰਥ ਸਾਹਿਬ, ਇਦੋਂ ਵੱਧ ਕੁਝ ਨਹੀਂ। ਫਿਰ ਵੀ ਅਭਿਆਸੀਆਂ ਲਈ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਭਾਈ ਰਘਬੀਰ ਸਿੰਘ ਜੀ ਵੀਰ, ਪੜ੍ਹਿਆ ਹੋਣਾ ਆਪ ਜੀ ਨੇ ਸ਼ਾਇਦ, ਭਾਈ ਸਾਹਿਬ ਭਾਈ ਵੀਰ ਸਿੰਘ ਹੋਣੀ, ਪ੍ਰੋਫੈਸਰ ਪੂਰਨ ਸਿੰਘ ਹੋਣੀ, ਭਾਈ ਜੋਧ ਸਿੰਘ ਹੋਣਾ ਦੀ ਕਿਤਾਬ ਹੈ ਗੁਰਮਤ ਨਿਰਣੇ, ਨਾਮ ਕੀ ਹੈ। ਭਾਈ ਸ਼ੇਰ ਸਿੰਘ ਕਸ਼ਮੀਰ ਵਾਲੇ ਹੋਏ ਨੇ ਆਤਮ ਦਰਸ਼ਨ ਤੇ ਵਾਹਿਗੁਰੂ ਦਰਸ਼ਨ। ਉਹ ਇਸ ਕਰਕੇ ਮੈਂ ਇਸ਼ਾਰੇ ਕਰ ਰਿਹਾ ਕਿ ਚਲੋ ਬੰਦੇ ਦਾ ਅੰਦਰ ਥੋੜਾ ਜਿਹਾ ਪੜ੍ਹ ਕੇ ਨਾ ਸੰਗਤ ਹੋ ਜਾਂਦੀ ਹੈ, ਇੱਧਰ ਤੁਰ ਪਈਏ। ਪ੍ਰੋਫੈਸਰ ਸਾਹਿਬ ਸਿੰਘ ਦੀਆਂ ਸਿਮਰਨ ਦੀਆਂ ਬਰਕਤਾਂ, ਉਹ ਚੀਜ਼ਾਂ ਸਾਰੀਆਂ ਪੜ੍ਹਨ ਵਾਲੀਆਂ ਨੇ। ਡਾਕਟਰ ਤਾਰਨ ਸਿੰਘ ਉਹਨਾਂ ਦੀਆਂ ਕਿਤਾਬਾਂ ਭਗਤੀ ਤੇ ਸ਼ਕਤੀ, ਮੈਂ ਖੈਰ ਪ੍ਰਕਰਨ ਵਿੱਚ ਰਹਾ ਕਿ ਆਪਣੇ ਅੰਦਰ ਨੂੰ ਮਹਾਰਾਜ ਕਹਿੰਦੇ ਨੇ ਆਪਾ ਚੀਨਣ ਤੋਂ ਬਿਨਾ ਨਹੀਂ। ਅੰਦਰ ਚੱਲ, ਅੰਦਰ ਕੇਵਲ ਹੱਡੀਆਂ ਨਹੀਂ, ਅੰਦਰ ਚਮੜੀ ਤੇ ਮਾਸ ਨਹੀਂ, ਅੰਦਰ ਬਹੁਤ ਕੁਝ ਪਿਆ ਜਿਹੜਾ ਅਦ੍ਰਿਸ਼ਟ ਤੋਂ ਦ੍ਰਿਸ਼ਟਮਾਨ ਹੁੰਦਾ ਹੈ। ਅੰਦਰ ਜੇ ਵਕਾਰ ਨੇ, ਕਾਮ ਅਦ੍ਰਿਸ਼ਟ ਹੈ, ਪਰ ਜਦੋਂ ਪ੍ਰੇਰਨਾ ਮਿਲਦੀ ਉਹ ਪ੍ਰਗਟ ਹੁੰਦਾ ਹੈ। ਕ੍ਰੋਧ ਅਦ੍ਰਿਸ਼ਟ ਹੈ, ਜਦੋਂ ਪ੍ਰਗਟ ਹੁੰਦਾ ਹੈ ਤੇ ਬੰਦੇ ਨੂੰ ਗੋਲੀ ਮਾਰਨ ਤੱਕ ਜਾਂਦਾ ਹੈ। ਲਾਲਚ ਅਦ੍ਰਿਸ਼ਟ ਹੈ, ਜਦੋਂ ਪ੍ਰਗਟ ਹੁੰਦਾ ਹੈ ਲੋਕਾਂ ਦੇ ਘਰ ਪੱਟਦਾ, ਚੋਰੀਆਂ ਕਰਦਾ ਹੈ। ਉਹ ਜੇ ਵਾਸ਼ਨਾਵਾਂ ਅਦ੍ਰਿਸ਼ਟ ਹੋ ਕੇ ਪ੍ਰਭਾਵ ਪਾਉਂਦੀਆਂ ਨੇ, ਇਹਦੇ ਅੰਦਰ ਅੰਮ੍ਰਿਤ ਦਾ ਘੜਾ ਭਰਿਆ ਪਿਆ, ਸਰੋਵਰ ਭਰਿਆ ਪਿਆ। ਜਿੱਦਣ ਸ਼ਬਦ ਦਾ ਅਭਿਆਸ ਕਰੇਗਾ ਅੰਦਰੋਂ ਉਹ ਵੀ ਪ੍ਰਗਟ ਹੋਵੇਗਾ। ਲੋੜ ਹੈ ਅੰਦਰ ਨੂੰ ਚੱਲਣ ਦੀ। ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਬਚਨ ਕਿਹਾ, ਮੈਂ 3 ਸ਼ਬਦ ਅੱਜ ਕਰਨੇ ਨੇ, ਤਿਆਗ, ਬੈਰਾਗ ਤੇ ਅਨੁਰਾਗ। ਮਹਾਰਾਜ ਜੀ ਨੇ ਕਿਹਾ ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭ੍ਰਮ ਕੀ ਕਾਈ। ਮਹਾਰਾਜ ਜੀ ਕਿਹੜਾ ਤਿਆਗ? ਪਹਿਲਾ ਬਚਨ ਗੁਰੂ ਤੇਗ ਬਹਾਦਰ ਜੀ ਨੇ ਫਰਮਾਇਆ, ਤਿਆਗ ਤੋਂ ਸ਼ੁਰੂ ਕੀਤੀ ਆਪਣੀ ਬਾਣੀ, ਕਿਉਂਕਿ ਸ੍ਰੀ ਰਾਗ ਮਾਝ ਵਿੱਚ ਕੋਈ ਸ਼ਬਦ ਨਹੀਂ। ਗੌੜੀ ਰਾਗ ਦਾ ਪਹਿਲਾ ਸ਼ਬਦ ਹੈ ਸਾਧੋ। ਸਾਧੋ ਦਾ ਅਰਥ ਹੈ ਭਲੇ ਪੁਰਖੋ, ਉਹ ਭਲੇ ਬੰਦਿਓ। ਮਨ ਕਾ ਮਾਨ ਤਿਆਗੋ, ਆਪਣੇ ਅੰਦਰ ਦੇ ਹੰਕਾਰ ਨੂੰ ਛੱਡ ਦਿਓ। ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਐਨਸ ਭਾਗੋ। ਸੁਖ ਦੁੱਖ ਦੋਨੋਂ ਸਮ ਕਰ ਜਾਣਾ ਔਰ ਮਾਨ ਅਪਮਾਨਾ। ਮਹਾਰਾਜ ਕਹਿੰਦੇ ਨੇ ਦੇਖ ਤੂੰ ਇੱਕੋ ਗੱਲ ਸੇ ਲਈਏ, ਤਿਆਗੋ ਮਨ ਕਾ ਮਾਨ ਤਿਆਗੋ।
ਹੁਣ ਸਭ ਤੋਂ ਪਹਿਲੀ ਗੱਲ ਜਿਹੜੀ ਖੌਮੇ ਵੇ ਨਾ, ਇਹ ਦੋ ਸ਼ਬਦਾਂ ਨਾਲ ਬਣੀ ਹੈ, ਖੌਂ ਤੇ ਮੈਂ। ਹਾਉ ਹਾਉ ਮੈਂ ਵਿੱਚੋਂ ਖੋਵੈ, ਦੂਜਾ ਮੇਟੈ ਏਕੋ ਹੋਵੈ। ਹਉਮੈ ਇਹਦਾ ਵੀ ਬੜਾ ਗਹਿਰਾ ਵਿਸਤਾਰ ਹੈ। ਇਹਨੂੰ ਧੰਨ ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਜਨਮ ਮਰਨ ਮੂਲੰਗ ਅਹੰਕਾਰੰਗ ਪਾਪ ਆਤਮਾ ਮਿੱਤਰੰਗ ਤਜੰਤ ਸ਼ਤਰੰਗ ਦ੍ਰਿੜੰਤ ਅਨਿਕ ਮਾਇਆ ਬਿਸਤੀਰਨ ਆਵੰਤ ਥਾਵੰਤ ਆਵੰਤ ਜਾਵੰਤ ਠਾਕੰਤ ਜੀਆਂ ਦੁੱਖ ਸੁੱਖ ਬਹੁ ਭੋਗਣੇ। ਸਤਿਗੁਰੂ ਕਹਿੰਦੇ ਨੇ ਬੌਡੀ ਸਾਰੀ ਕੱਟ ਲਓ, ਸਾਰੀ ਸਰਜਰੀ ਕਰਾ ਲਓ, ਇੱਕ ਇੱਕ ਨਾੜ ਲੱਭੀ ਜਾਏਗੀ, ਪਰ ਹਉਮੈ ਨਹੀਂ ਲੱਭਦੀ। ਜੇ ਬੌਡੀ ਦਾ ਸੰਸਕਾਰ ਵੀ ਕਰ ਦਿਓ, ਸਰੀਰ ਨੂੰ ਲੱਗੀ ਕੋਈ ਬਿਮਾਰੀ ਤਾਂ ਸੰਸਕਾਰ ਨਾਲ ਕੀਟਾਣੂ ਸੜ ਜਾਣਗੇ, ਪਰ ਹਉਮੈ ਦੇ ਕੀਟਾਣੂ ਅਗਲੇ ਜਨਮ ਫਿਰ ਚਲੇ ਜਾਂਦੇ। ਨਿਮਖ ਨਿਮਖ ਕਰ ਸਰੀਰ ਕਟਾਵੇ, ਤੌਪੀ ਹਉਮੈ ਮਹਿਲ ਨਾ ਜਾਏ। ਹੁਣ ਜਿਹੜਾ ਮਾਨ ਸ਼ਬਦ ਹੈ, ਹੰਕਾਰ, ਇਹ ਸਥੂਲ ਵੀ ਹੈ, ਇਹ ਸੂਖਸ਼ਮ ਵੀ ਹੈ। ਆਪਾਂ ਨੂੰ ਤਾਂ ਪਿਆਰਿਓ ਸਥੂਲ ਹੀ ਨਹੀਂ ਛੱਡਦਾ, ਸੂਖਸ਼ਮ ਤਾਂ ਬੜੀ ਦੂਰ ਦੀ ਗੱਲ। ਸੂਖਸ਼ਮ ਹੁੰਦਾ ਹੈ, ਸਥੂਲ ਹੁੰਦਾ ਦਾਅਵੇ ਮੂੰਹ ਤੋਂ ਕਰਨੇ, ਸੂਖਸ਼ਮ ਹੁੰਦਾ ਬਾਹਰੋਂ ਕੁਝ ਨਾ ਬੋਲਣਾ ਪਰ ਅੰਦਰੋਂ ਮਹਿਸੂਸ ਕਰੀ ਜਾਣਾ ਮੇਰੇ ਕਰਕੇ ਸਾਰੀ ਕਹਾਣੀ ਚੱਲਦੀ ਹੈ। ਹੁਣ ਜਿਹੜਾ ਇਹ ਖੌਮੇ ਵਿੱਚ ਹੰਕਾਰ ਹੈ, ਮਹਾਰਾਜ ਨੇ ਪਹਿਲਾ ਸ਼ਬਦ ਵਰਤੇ ਇਹਨੂੰ ਤਿਆਗੋ, ਤੇ ਆਪ ਖੁਦ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਮੈਂ ਯਤਨ ਕਰ ਰਿਹਾ ਪਰ ਤਿਆਗਿਆ ਨਹੀਂ ਜੇ ਜਾਂਦਾ। ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਾਨੋ ਕੋ ਮਾਨ। ਵਾਹਿਗੁਰੂ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਦਾ ਅੰਦਰ ਕਹਿੰਦੇ ਨੇ ਬੜੇ ਯਤਨ ਕਰਨਾ ਵੀ ਛੁੱਟ ਜਾਏ ਖਹਿੜਾ। ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਜਿੱਥੇ ਮਾਨ ਹੋਵੇ ਉੱਥੇ ਗੁਰਮਤ ਨਹੀਂ ਹੁੰਦੀ। ਦੁਰਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ। ਵਾਹਿਗੁਰੂ ਮਹਾਰਾਜ ਤੂੰ ਰੱਖ ਲਈ। ਸਾਹਿਬ ਦਾ ਇੱਕ ਹੋਰ ਬਚਨ ਹੁੰਦਾ, ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ। ਗੁਰੂ ਤੇਗ ਬਹਾਦਰ। ਹੁਣ ਜਿਹੜਾ ਮਾਨ ਹੈ, ਹੰਕਾਰ ਹੈ, ਇਹਨੂੰ ਖਲੋਣ ਵਾਸਤੇ ਬੇਸ ਚਾਹੀਦਾ। ਅਕਸਰ ਇਹ ਗੁਣਾਂ ਉੱਤੇ ਬਹੁਤ ਉੱਚਾ ਉਸਰਦਾ ਹੈ। ਔਗਣ ਤਾਂ ਹੈ ਹੀ ਆਪਣੀ ਕਹਾਣੀ। ਜਿੱਥੇ ਗੁਣ ਹੁੰਦਾ ਉੱਥੇ ਹੰਕਾਰ ਉਸ ਪਲੇਟਫਾਰਮ ਨੂੰ ਬਹੁਤ ਯੂਜ਼ ਕਰਦਾ। ਤੁਸੀਂ ਕਦੀ ਬਾਣੀ ਪੜੋ, ਮੈਂ 2-3 ਪ੍ਰਮਾਣ ਆਪ ਜੀ ਨੂੰ ਦੇ ਦੇਣਾ। ਦੇਖੋ ਔਗਣਾ ਉੱਤੇ ਤਾਂ ਹੈ ਹੀ ਔਗਣ ਹੀ, ਉਹ ਤਾਂ ਪਹਿਲੀ ਮੰਨੀ ਬੈਠਾ। ਜਿਹੜਾ ਹੰਕਾਰ ਇੰਨਾ ਚਲਾ ਕੇ ਉਹ ਗੁਣਾਂ ਦੀ ਬੇਸ ਉੱਤੇ ਉੱਠਦਾ। ਪਹਿਲਾਂ ਗੁਣ ਹੁੰਦੇ ਨੇ, ਫਿਰ ਗੁਣਾਂ ਉੱਤੇ ਆਪਣਾ ਮਹਿਲ ਉਸਾਰਦਾ। ਕਦੀ ਤੁਸੀਂ ਦੇਖੋ ਅਖਬਾਰ ਤੁਸੀਂ ਪੜੋ, ਇੰਡੀਆ ਵਿੱਚ ਤਾਂ ਥਾਂ ਥਾਂ ਤੇ ਉਹ ਫਲੈਕਸਾਂ ਬੜੀਆਂ ਸਸਤੀਆਂ ਹੋ ਗਈਆਂ ਨਾ, ਉੱਤੇ 500 ਰੁਪਏ ਦੀ ਕੱਢੀ ਸੇ ਉਹ ਜਿੱਥੇ ਮਰਜ਼ੀ ਚੌਂਕਾ ਚਲਾਈ ਜਾਓ। ਕੋਈ ਦਾਨ ਦੀ ਲਾ ਰਿਹਾ, ਕੋਈ ਗਿਆਨ ਦੀ ਲਾ ਰਿਹਾ, ਕੋਈ ਅਧਿਆਤਮਿਕ ਜੀਵਨ ਦੀ ਲਾ ਰਿਹਾ। ਕਦੀ ਤੁਸੀਂ ਸਾਰੀ ਦੁਨੀਆ 'ਚ ਕਿਤੇ ਪੇਪਰ 'ਚ ਇਹ ਪੜ੍ਹਿਆ, ਲੋਕੋ ਮੇਰੇ ਤੋਂ ਵੱਡਾ ਚੋਰ ਕੋਈ ਨਹੀਂ। ਚੋਰ ਨੇ ਕਦੀ ਕਿਹਾ? ਮੈਨੂੰ ਹੰਕਾਰ ਆਪਣੀ ਚੋਰੀ ਤੇ ਕਦੀ ਨਹੀਂ ਕਹਿੰਦਾ। ਲੁਟੇਰਾ ਕਦੀ ਨਹੀਂ ਕਹਿੰਦਾ ਲੋਕੋ ਮੇਰੇ ਤੋਂ ਵੱਡਾ ਲੁਟੇਰਾ ਕੋਈ ਨਹੀਂ। ਕਾਤਲ ਕਦੀ ਨਹੀਂ ਕਹਿੰਦਾ ਮੇਰੇ ਜਿੰਨੇ ਕਤਲ ਕਿਸੇ ਨੇ ਕੀਤੇ। ਦਾਨੀ ਕਹੇਗਾ ਮੇਰੇ ਤੋਂ ਵੱਡਾ ਦਾਨੀ ਕੋਈ ਨਹੀਂ, ਕਿਉਂਕਿ ਹੰਕਾਰ ਨੂੰ ਉੱਠਣ ਵਾਸਤੇ ਸ਼ੁਭ ਗੁਣਾਂ ਦੀ ਨੀਂਹ ਚਾਹੀਦੀ ਹੈ। ਉਹ ਆਪਣੇ ਢੰਗ ਨਾਲ ਉੱਠਦਾ। ਮੂਰਖ ਕਦੀ ਨਹੀਂ ਕਹਿੰਦਾ ਮੇਰੇ ਤੋਂ ਵੱਡਾ ਮੂਰਖ ਅਜੱਡ ਤੇ ਅਗਿਆਨੀ ਕੋਈ ਨਹੀਂ। ਗਿਆਨੀ ਦਾਅਵੇ ਕਰਕੇ ਕਹਿੰਦਾ ਆ ਜਾ ਮੇਰੇ ਸਾਹਮਣੇ, ਮੇਰੇ ਜਿਨ੍ਹਾਂ ਨੂੰ ਗਿਆਨ ਹੈ। ਇਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਹਮ ਵੱਡ ਕੱਬ ਕੁਲੀਨ ਹਮ ਪੰਡਿਤ। ਭਗਤ ਰਵਿਦਾਸ ਜੀ, ਤੁਸੀਂ ਸਾਰੇ ਗੁਣੋ, ਇਹ ਸਾਰੇ ਗੁਣਾਂ ਵਾਲੇ ਨੇ। ਹਮ ਵੱਡ ਕੱਬ ਕੁਲੀਨ ਹਮ ਪੰਡਿਤ। ਕਹਿੰਦੇ ਨੇ ਅਸੀਂ ਪੰਡਿਤ ਖਾਂ, ਅਸੀਂ ਵਿਦਵਾਨ ਖਾਂ, ਅਸੀਂ ਸੂਰਮੇ ਖਾਂ, ਅਸੀਂ ਦਾਤੇ ਖਾਂ। ਹਮ ਵੱਡ ਕੱਬ ਕੁਲੀਨ ਹਮ ਪੰਡਿਤ, ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ। ਇਹ ਬੁੱਧ ਕਬੈ ਨਾ ਨਾਸੀ। ਸਾਰੇ 2 ਤੁਕਾਂ ਵਿੱਚ ਗਿਣ ਦਿੱਤੇ। ਕਹਿਣ ਲੱਗੇ ਸਾਧੋ ਭਲੇ ਪੁਰਖੋ ਤੁਹਾਡੇ ਕੋਲ ਗਿਆਨ ਹੈ ਪਰ ਅਭਿਮਾਨ ਛੱਡ ਦਿਓ। ਸਾਧੋ ਸ਼ਬਦ ਇਹਨਾਂ ਲਈ ਵਰਤਿਆ। ਤੁਸੀਂ ਲੋਕਾਂ ਵਿੱਚ ਭਲੇ ਪੁਰਖ ਹੋ, ਤੁਹਾਨੂੰ ਮਾਨ ਕਵਤਾ ਦਾ ਹੈ। ਹਮ ਵੱਡ ਕਬ ਕਬ ਦਾ ਅਰਥ ਕਵੀ, ਕੁਲੀਨ ਦਾ ਅਰਥ ਉੱਚੀ ਕੁਲ। ਹਮ ਵੱਡ ਕਬ ਕੁਲੀਨ ਹਮ ਪੰਡਿਤ, ਮੈਂ ਵਿਦਵਾਨ। ਹਮ ਜੋਗੀ, मैं जोगी का, हम सन्यासी, ज्ञानी गुणी सूर सूर में, ज्ञानी गुणी सूर हम दाते ए बुद्ध कबे ना नासी। कहते ने साधो मन का मान त्यागो, इनू छड़ दो खौमे नू। भाई साहब भाई वीर सिंह हुणां ने एक उन्हां दी किताब है, वैसे निजी जीवन है, मैनू ये बख्श दो, मैं अपनी
ਸਟੱਡੀ ਕਰਕੇ ਕੋਈ ਖੌਮੇ ਦਾ ਪ੍ਰਗਟਾਵਾ ਨਹੀਂ ਕਰਦੇ ਆ ਗੁਰੂ ਦੀ ਹਜ਼ੂਰੀ 'ਚ, ਕਿਉਂਕਿ ਕਈ ਵਾਰੀ ਕੋਈ ਸ਼ਬਦ ਬੋਲੀ ਦਾ ਅਗਲਾ ਪੁੱਛਦਾ ਪਤਾ ਨਹੀਂ ਐਵੇਂ ਗਾਪੀ ਛੱਡ ਕੇ ਆਉਣੇ ਨੇ, ਉਸ ਕਰਕੇ ਕਿਤਾਬ ਦਾ ਹਵਾਲਾ ਦੇ ਦਿੱਤਾ, ਕਿਉਂਕਿ ਅੱਜ ਸਿੱਖ ਛੇਤੀ ਕਿਤੇ ਭਰੋਸਾ ਨਹੀਂ ਕਰਦਾ ਦੂਜੇ ਦੀ ਜ਼ਬਾਨ ਦਾ। ਇੱਕ ਕਿਤਾਬ ਹੈ ਨਾਮ ਨਾ ਵਿਸਰੈ ਸੰਤ ਪ੍ਰਸਾਦ, ਉਹ ਭਾਈ ਸਾਹਿਬ ਦਾ ਨਿੱਜੀ ਜੀਵਨ ਹੈ ਜੀ। ਉਹਨਾਂ ਦੇ ਜੀਵਨ, ਨਿੱਜੀ ਜੀਵਨ ਨੂੰ ਜਿਹਨੇ ਦੇਖਿਆ, ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਇੱਕ ਹੋਏ ਨੇ ਮਹਾਂਪੁਰਖ। ਉਹਨਾਂ ਦੇ 4 ਵਾਲੀਅਮ ਕਿਤਾਬਾਂ ਨੇ, ਕਥੜੀਆਂ ਸੰਤਾਂ। ਉਹਨਾਂ ਦੇ ਜੋ ਨੇੜੇ ਹੋ ਕੇ ਦੇਖਿਆ ਉਹ ਕੁਛ ਉਹਨਾਂ ਨੇ ਲਿਖ ਦਿੱਤਾ, ਸੰਤ ਬਾਬਾ ਸੰਗਤ ਸਿੰਘ ਉਹਨਾਂ ਨੇ। ਉਹਦੇ ਵਿੱਚ ਭਾਈ ਵੀਰ ਸਿੰਘ ਉਹਨਾਂ ਨੇ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ ਹੈ, ਉਹ ਮੈਂ ਆਪਣੇ ਨਾਲ ਸਾਂਝੀ ਕਰਨੀ ਚਾਹੁੰਦਾ। ਉਹਨਾਂ ਦੇ ਨਿੱਜੀ ਜੀਵਨ ਦੀ ਸੀ, ਪਰ ਆਪਣੀ ਲਿਖਤ 'ਚ ਕਿਤੇ ਨਹੀਂ ਲਿਖੀ। ਹਉਮੈ ਦੀ ਗੱਲ ਕਰਦੇ ਇੱਕ ਦਿਨ ਉਹਨਾਂ ਕਿਹਾ, ਅਰਦਾਸਾਂ ਹੀ ਕਰੋ, ਇਹ ਨਹੀਂ ਜੇ ਬਖਸ਼ਦੀ ਹੈ ਧਰਮ ਦੇ ਥਾਵਾਂ ਤੇ ਵੀ ਦੌੜ ਦੇਣ, ਧਰਮ ਦੇ ਕਰਮਾਂ ਨਾਲ ਤੇ ਪੈਂਦੀ ਹੈ ਪਿੱਛੇ ਦੌੜ ਦੌੜ ਕੇ। ਉਹ ਕਹਿੰਦੇ ਨੇ ਅਸੀਂ ਰੋਜ਼ਾਨਾ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਜਾਂਦੇ ਸੀ ਕੀਰਤਨ ਸੁਣ। ਭਾਈ ਸਾਹਿਬ ਜਦੋਂ ਉੱਥੇ ਹੁੰਦੇ ਸਨ ਉਹਨਾਂ ਦੁਪਹਿਰੇ ਪਹੁੰਚ ਜਾਣਾ, ਤੇ ਅੱਜ ਵੀ ਲਾਰਾਂਸ ਰੋਡ ਤੋਂ ਇੱਕ ਫੁੱਲਾਂ ਦਾ ਗੁਲਦਸਤਾ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਆਉਂਦਾ ਹੈ। ਭਾਈ ਸਾਹਿਬ ਦੀ ਬਗੀਚੀ ਵਿੱਚੋਂ ਇਹ ਉਸ ਦਿਨ ਆਉਣਾ ਸ਼ੁਰੂ ਹੋਇਆ ਜਿਸ ਦਿਨ ਉਹਨਾਂ ਦੀ ਬੋਡੀ ਵਿੱਚੋਂ ਨਾਮ ਦੀ ਸੁਗੰਧੀ ਆਉਣ ਲੱਗ ਪਈ ਸੀ। ਅੰਦਰ ਮੁਸ਼ਕ ਚ ਘੋਲਿਆ, ਕਿਉਂਕਿ ਨਾਮ ਦੀ ਸੁਗੰਧੀ ਵੀ ਹੈ। ਲੋਇਣ ਰੱਤੇ ਲੋਇਣੀ ਕੰਨੀ ਸੁਰਤ ਸਮਾਏ, ਜੀਵ ਰਸਾਇਣ ਚੁਨੜੀ ਰੱਤੀ ਲਾਲ ਲਵਾਏ, ਅੰਦਰ ਮੁਸ਼ਕ ਚ ਘੋਲਿਆ ਕੀਮਤ ਕਹੀ ਨਾ ਜਾਏ। ਉਹਨਾਂ ਨੇ ਗੱਲ ਕਹੀ, ਕਹਿਣ ਲੱਗੇ ਅੰਮ੍ਰਿਤ ਵੇਲੇ ਰੋਜ਼ ਜਾਂਦੇ ਸਾਂ, ਬੜਾ ਆਨੰਦ ਆਉਣਾ, ਕੀਰਤਨ ਸੁਣਨਾ, ਰਸ ਆਉਣਾ। ਕਹਿੰਦੇ ਕੁਝ ਦਿਨਾਂ ਤੋਂ ਬਾਅਦ ਪਤਾ ਨਹੀਂ ਕੀ ਹੋਇਆ, ਇੰਝ ਲੱਗਣਾ ਬਸ ਸਰੀਰਕ ਤੌਰ ਤੇ ਬੈਠੇ ਅੰਦਰੋਂ ਰਸ ਮੁੱਕ ਗਿਆ, ਸਵਾਦ ਨਾ ਹੋਣਾ। ਬੱਧਾ ਚੱਟੀ ਖੁੰਦਾ ਬੰਦੇ ਨਾਲ, ਇਸ ਤਰ੍ਹਾਂ ਸਿਮਰਨ ਕਰਦਿਆਂ ਵੀ ਖੁੰਦਾ। ਕਈ ਇਹੋ ਜਿਹੇ ਦਿਨ ਆਉਂਦੇ ਨੇ ਬੰਦਾ ਵਕਤ ਕਹਿੰਦਾ ਚਲੋ ਯਾਰ ਨਿਤਨੇਮ ਕਰੋ ਛੇਤੀ ਕੰਮ ਨਿਬੜੇ, ਬਾਹ ਉਹ ਨਹੀਂ ਬੋਲਦਾ ਪਰ ਅੰਦਰੋਂ ਤਾਂ ਕਹਿੰਦੀ ਛੇਤੀ ਫਤਿਹ ਹੋਵੇ, 35 ਮਿੰਟ 'ਚ ਕੰਮ ਨਿਬੜੇ, ਰਸ ਨਹੀਂ ਆਉਂਦਾ। ਉਹ ਕਹਿੰਦੇ ਰਸ ਹੋ ਗਿਆ। ਤੇ ਜਿਸ ਗੁਰਮੁਖ ਦੀ ਉਹ ਸੰਗਤ ਕਰਦੇ ਸਨ, ਕਿਉਂਕਿ ਅਭਿਆਸੀ ਦੀ ਸੰਗਤ ਤੋਂ ਬਿਨਾ, ਕਮਾਈ ਵਾਲੇ ਦੀ ਸੰਗਤ ਤੋਂ ਬਿਨਾ, ਗੁਰਸਿੱਖ ਦੀ ਸੰਗਤ ਤੋਂ ਬਿਨਾ ਸਿੱਖੀ ਦੀ ਸਮਝ ਨਹੀਂ ਪੈਣੀ। ਗੁਰੂ ਦੀ ਸਮਝ ਵੀ ਤਾਂ ਪੈਂਦੀ ਜੇ ਬੰਦਾ ਸਿੱਖ ਦੀ ਸੰਗਤ ਕਰਦਾ ਹੈ, ਪਰ ਹਾਂ ਵਾਹਿਗੁਰੂ ਕਰੇ ਉਹ ਸਿੱਖ ਗੁਰੂ ਨਾਲ ਜੁੜਿਆ ਹੋਵੇ। ਕਹਿੰਦੇ ਨੇ ਜਿਨ੍ਹਾਂ ਦੀ ਸੰਗਤ ਕਰਦੇ ਸਨ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਅਭਿਆਸ ਕਰਨੇ ਆ, ਕੀਰਤਨ ਸੁਣਨੇ ਆ, ਪਰ ਰਸ ਨਹੀਂ ਰਿਹਾ। ਉਹਨਾਂ ਨੇ ਸਵਾਲ ਕੀਤਾ ਤੁਸੀਂ ਅਭਿਆਸ ਕਿੱਥੇ ਕਰਦੇ ਹੋ? ਕਹਿਣ ਲੱਗੇ ਅਭਿਆਸ ਕਰਨੇ ਹਾਂ ਅਸੀਂ ਦਰਬਾਰ ਸਾਹਿਬ। ਉਹ ਹੱਸ ਕੇ ਕਹਿੰਦੇ ਨੇ ਦਰਬਾਰ ਸਾਹਿਬ ਅਭਿਆਸ ਕਰ ਲਈ ਹੈ? ਉੱਥੇ ਦਾ ਕੀਰਤਨ ਸੁਣੋ, ਅਰਦਾਸਾਂ ਹੁੰਦੀਆਂ ਨੇ, ਸੰਗਤਾਂ ਮੱਥੇ ਟੇਕਦੀਆਂ ਨੇ। ਜੇ ਅੰਦਰ ਦਾ ਰਸ ਲੈਣਾ ਤੇ ਕਿਤੇ ਬਾਗ ਬਗੀਚੇ ਇਕਾਂਤ ਵੀ ਜਾਓ। ਕਹਿੰਦੇ ਅਸੀਂ 7 ਬਚਨ ਕਹਿ ਦਿੱਤਾ। ਦੂਸਰੇ ਦਿਨ ਰਾਮ ਬਾਗ ਆ ਗਏ। ਉਹ ਰਾਮ ਬਾਗ ਸ਼ੇਰੇ ਪੰਜਾਬ ਨੇ ਬਣਾਇਆ, ਤੇ ਇਹਦੇ ਸੰਬੰਧੀ ਮੈਂ ਕਿ ਵੇਰਵਾ ਕੱਢਦੇ ਹਾਂ, ਕਿਉਂਕਿ ਲੋਕੀ ਅਰਥ ਕਰੀ ਜਾਂਦੇ ਆ ਸ਼੍ਰੀ ਰਾਮਚੰਦਰ ਜੀ ਦੇ ਨਾਮ ਤੇ ਰਾਮ ਬਾਗ ਦਰ ਤੇ ਗੁਰੂ ਰਾਮਦਾਸ ਜੀ ਦੇ ਨਾਮ ਤੇ ਰਾਮ ਬਾਗ ਤਾਂ ਨਾਮ ਰੱਖਿਆ ਸੀ। ਉਹ ਰਾਮ ਬਾਗ ਆਉਣ ਲੱਗ ਪਏ। ਕਹਿੰਦੇ ਨੇ ਉਹੀ ਅਭਿਆਸ ਆਨੰਦ। 7-8 ਮਹੀਨਿਆਂ ਬਾਅਦ ਫਿਰ ਅੰਦਰ ਟੋਟਾ ਪੈ ਗਿਆ, ਅੰਦਰ ਨੂੰ ਸੁੱਕਾ ਰੁੱਖਾਪਣ ਆ ਗਿਆ। ਕਹਿੰਦੇ ਨੇ ਅਸੀਂ ਕੋਈ ਦਿਨ ਜ਼ੋਰ ਮਾਰਿਆ, ਫਿਰ ਗੁਰਮੁਖਾਂ ਕੋਲ ਗਏ ਤੇ ਉਹਨਾਂ ਨੇ ਕਿਹਾ ਸੀ ਵੀ ਅੰਦਰ ਦਾ ਰਸ ਜਿਹਾ ਨਹੀਂ ਆਉਂਦਾ ਪਿਆ ਅਭਿਆਸ 'ਚ। ਬੱਧਾ ਚੱਟੀ ਜੀ ਬਣ ਗਈ ਗੱਲ ਸਾਰੀ। ਉਹ ਪੁੱਛਦੇ ਨੇ ਅਭਿਆਸ ਕਿੱਥੇ ਕਰਦੇ ਹੋ? ਕਹਿੰਦੇ ਨੇ ਬਾਗ ਵਿੱਚ ਜੀ। ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦਾ ਸਿੱਖ, ਗੁਰੂ ਰਾਮਦਾਸ ਦਾ ਘਰ ਛੱਡ ਕੇ ਤੈਨੂੰ ਕਿਹਨੇ ਕਹਿਤਾ ਬਾਗ ਵਿੱਚ ਸਿਮਰਨ ਕਰੀਦਾ ਹੁੰਦਾ ਹੈ? ਹਰ ਮੰਦਰ ਵਿੱਚ ਤਾਂ ਪ੍ਰਭੂ ਆਪ ਵਰਤਦਾ, ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵੇ ਰਾਮ। ਕਹਿੰਦੇ ਸੀ 7 ਬਚਨ ਕਰਕੇ ਹਰਿਮੰਦਰ ਸਾਹਿਬ ਆ ਗਏ। ਕੁਝ ਮਹੀਨਿਆਂ ਬਾਅਦ ਉਹ ਗੁਰਮੁਖ ਪਰਕਰਮਾਂ 'ਚ ਮਿਲ ਗਏ। ਉਹਨਾਂ ਨੇ ਕਿਤੇ ਭਾਈ ਸਾਹਿਬ ਨੂੰ ਜ਼ੋਰ ਦੇ ਕੇ ਗਿਆ ਸਾਡਾ ਨਾਮ ਨਹੀਂ ਲਿਖਣਾ, ਕਿਤੇ ਲਿਖਿਆ ਵੀ ਨਹੀਂ ਉਹਨਾਂ। ਉਹ ਜਿਨ ਪਰ ਅੰਦਰ ਬਾਹਰ ਗੁੱਦੜ ਸਨ। ਕਹਿੰਦੇ ਨੇ ਉਹ ਮਿਲ ਗਏ ਪਰਕਰਮਾਂ ਵਿੱਚ ਤੇ ਹੱਸ ਕੇ ਕਹਿੰਦੇ ਨੇ ਕਿੱਦਾਂ ਵੀ ਕੀ ਹਾਲ ਅੰਦਰ ਦਾ?
ਸੱਚੀ ਗੱਲ ਜੇ ਅਸੀਂ ਬਿਜ਼ਨਸ ਦੇ ਹਾਲ ਇੱਕ ਦੂਜੇ ਤੋਂ ਪੁੱਛਦੇ ਹਾਂ, ਅੰਦਰ ਦਾ ਹਾਲ ਕੋਈ ਕਿਸੇ ਨੂੰ ਨਹੀਂ ਜੇ ਪੁੱਛਦਾ। ਕਿੱਦਾਂ ਮਿੱਤਰਾ ਅੰਦਰ ਕਿਵੇਂ ਚੱਲਦੀ ਪਈ ਖੇਡ? ਉਹਨਾਂ ਕਿਹਾ ਵੀ ਕਿੱਦਾਂ ਅੰਦਰ ਦਾ ਹਾਲ? ਕਹਿੰਦੇ ਮਹਾਰਾਜ ਕਿਰਪਾ। ਉਹ ਹੱਸ ਕੇ ਕਹਿੰਦੇ ਨੇ ਮੈਂ ਹੀ ਤੁਹਾਨੂੰ ਹਰਮੰਦਰ ਤੋਂ ਬਾਗ ਤੋਰਿਆ ਤੇ ਬਾਗ ਤੋਂ ਫਿਰ ਹਰਮੰਦਰ ਲਿਆਂਦਾ, ਤੁਸੀਂ ਕਿਉਂ ਤਰਕ ਕਿਉਂ ਨਹੀਂ ਕੀਤਾ? ਜਦੋਂ ਤੁਹਾਨੂੰ ਮੈਂ ਕਿਹਾ ਸੀ ਤੁਹਾਨੂੰ ਕਿੰਨੇ ਬਾਗ ਤੋਰਿਆ? ਕਹਿੰਦੇ ਨੇ ਅਸੀਂ ਹੱਥ ਜੋੜ ਕੇ ਕਿਹਾ ਜਿਹਦੀ ਅਗਵਾਈ ਵਿੱਚ ਤਰੀਏ ਚੱਲੀਏ ਉਹਦੇ ਤੇ ਤਰਕ ਨਹੀਂ ਕਰੀਦੇ ਹੁੰਦੇ, ਸਤ ਬਚਨ ਜੀ ਭਲਾ ਹੁੰਦਾ। ਕਹਿੰਦੇ ਨੇ ਕੋਲ ਬਿਠਾ ਕੇ ਕਹਿੰਦੇ ਨੇ ਪਤਾ ਹੈ ਰਸ ਕਿਉਂ ਸੁੱਕਿਆ? ਕਹਿੰਦੇ ਨੇ ਗੁਰੂ ਸਦਾ ਹੀ ਦਿਆਲੂ ਹੈ। ਤੂੰ ਯਾਦ ਕਰ ਜਦੋਂ ਹਰਮੰਦਰ ਸਾਹਿਬ 'ਚ ਬੈਠ ਕੇ ਤੁਸੀਂ ਰੋਜ਼ ਕੀਰਤਨ ਸੁਣਦੇ ਸੀ, ਭਾਈ ਸਾਹਿਬ ਭਰ ਜਵਾਨੀ ਸਨ ਉਦੋਂ, ਕਹਿੰਦੇ ਤੁਹਾਡੇ ਕੋਲ ਦੋ ਬਜ਼ੁਰਗ ਬੈਠੇ ਸਨ, ਉਹ ਕਿਤੇ ਆਪਸ 'ਚ ਗੱਲਾਂ ਕਰਨ ਲੱਗ ਪਏ, ਤੁਹਾਡੇ ਮਨ 'ਚ ਫੁਰਨਾ ਉੱਠਿਆ ਬਾਬਿਆਂ ਦੀ ਇੰਨੀ ਉਮਰ ਲੰਘ ਗਈ ਅਜੇ ਤੱਕ ਕੀਰਤਨ ਸੁਣਦੀ ਜਾਚ ਨਹੀਂ ਆਈ, ਅਸੀਂ ਜਵਾਨੀ 'ਚ ਅੰਦਰੋਂ ਕਿਰਪਾ ਮਾਨਿਆ। ਕਹਿਣ ਲੱਗੇ ਭਾਈ ਜੀ ਉਹ ਮਹਾਂਪੁਰਖ ਬ੍ਰਹਮ ਗਿਆਨੀ ਅਵਸਥਾ ਵਿੱਚ ਵਿਚਰਨ ਵਾਲੇ ਗੁਰਸਿੱਖ ਸਨ, ਉਹ ਬੋਲਦਿਆਂ ਹੋਇਆਂ ਵੀ ਅੰਦਰੋਂ ਜੁੜੇ ਰਹਿੰਦੇ ਸਨ। ਉਹ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਸੀ। ਤੇਰੇ ਅੰਦਰ ਸੂਖਸ਼ਮ ਹਉਮੈ ਆਈ ਮੈਂ ਰਸੀਆ, ਚੇਤੇ ਰੱਖੀ ਜਿੱਥੇ ਇੱਕ ਕਣਕਾ ਹਉਮੈ ਦਾ ਡਿੱਗ ਪਵੇ, ਜਿਵੇਂ ਦੁੱਧ ਵਿੱਚ ਕਾਂਜੀ ਡਿੱਗੇ ਤੇ ਦੁੱਧ ਇੱਕ ਬੂੰਦ ਕਾਂਜੀ ਦੀ ਟੱਪ ਦੁੱਧ ਨੂੰ ਫਟਾ ਕੇ ਰੱਖ ਦਿੰਦੀ ਏ, ਕਈ ਸਾਲਾਂ ਦੀ ਕੀਤੇ ਹੋਏ ਵਿਆਸ ਹਉਮੈ ਦੀ ਇੱਕ ਕਿਣਕਾ ਫਟਾ ਕੇ ਰੱਖ ਦਿੰਦਾ ਹੈ। ਕਹਿੰਦੇ ਤਾਂ ਅੰਦਰ ਹਉਮੈ ਨੇ ਡੰਗ ਮਾਰਿਆ ਸੀ। ਭਾਈ ਸਾਹਿਬ ਨੇ ਦੱਸਦਿਆਂ ਕੋਈ ਸੰਗਾ ਮਹਿਸੂਸ ਨਹੀਂ ਕੀਤੀ। ਕਹਿੰਦੇ ਨੇ ਜਦੋਂ ਤੁਸੀਂ ਬਾਗ ਚਲੇ ਗਏ ਆਪਣੇ ਅੰਦਰ ਨੂੰ ਪੁੱਛੋ, ਰਸ ਆਨੰਦ ਬਣਿਆ ਤੇ ਫੁਰਨਾਈ ਉੱਠਿਆ, ਲੋਕੀ ਐਵੇਂ ਹਰਿਮੰਦਰ ਸਾਹਿਬ ਜਾਂਦੇ ਨੇ ਬਾਗ ਵਿੱਚ ਵੀ ਤਾਂ ਹੋਈਏ। ਕਹਿੰਦੇ ਨੇ ਆਪਣੇ ਗੁਰੂ ਦੇ ਪ੍ਰਤੀ ਸ਼ੰਕੇ ਨਹੀਂ ਬਣਾਈਦੇ ਹੁੰਦੇ। ਮੇਰੀ ਇੱਕ ਬੇਨਤੀ ਹੈ ਜਿਹੜੀ ਹਉਮੈ ਹੈ ਇਹ ਸੱਚੀ ਗੱਲ ਜੇ ਲੱਭਦੀ ਪਈ ਹੈ ਗੁਣਾ ਵਾਲੇ, ਔਗਣਾ ਵਾਲੇ ਤਾਂ ਪਹਿਲੀ ਉਸ ਕਤਾਰ 'ਚ ਨੇ, ਉਹ ਤਾਂ ਸਭ ਕੁਝ ਉਹ ਕਰਦੇ ਨੇ। ਹਉਮੈ ਨੂੰ ਬੇਸ ਚਾਹੀਦਾ ਗੁਣਾ ਦਾ। ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਤੀਰਥ ਬਰਤ ਅਰਦਾਨ ਕਰ ਸਾਧੋ ਮਨ ਕਾ ਮਾਨ ਤਿਆਗੋ। ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਮਾਇਆ ਛੱਡਣੀ ਸੌਖੀ ਏ, ਹੰਕਾਰ ਛੱਡਣਾ ਬਹੁਤ ਮੁਸ਼ਕਿਲ ਹੈ। ਕਬੀਰ ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ ਸਾਧੋ ਮਨ ਕਾ ਮਾਨ ਤਿਆਗੋ। ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮੁਨ ਵਰ ਗਲੇ। ਇਹਦੇ ਵਿੱਚ ਕੋਈ ਨਹੀਂ ਕਿਹਾ ਡਾਕੂ ਗਲੇ। ਦੇਖੋ ਧਿਆਨ ਦਿਆ ਜੇ, ਮੈਂ ਕਿਹਾ ਇਹ ਚਾਹੇ ਆਉਂਦੀ ਕਿੱਥੇ, ਜਿੰਨੀ ਧਰਮ ਸਥਾਨਾਂ ਦੇ ਬਾਹਰ ਤੁਰੀ ਫਿਰਦੀ ਉਹ ਤੇ ਬੰਦੇ ਲੱਭਦੀ, ਉਹ ਵੇਖ ਲੈਂਦੀ ਹੈ ਕੁਝ ਕੁ ਦਿਨਾਂ ਬਾਅਦ ਜਿਹੜਾ ਚੰਗਾ ਪਾਠ ਕਰਨ ਲੱਗ ਪੈਂਦਾ ਉਹਨੂੰ ਫੜ ਲੈਂਦੀ, ਚੰਗਾ ਸੇਵਾ ਵਾਲਾ ਫੜ ਲੈਂਦੀ, ਚੰਗਾ ਕਥਾ ਵਾਲਾ ਫੜ ਲੈਂਦੀ। ਉਹ ਕੁਝ ਕੁ ਸਾਲ ਤਾਂ ਨਿਮਰਤਾ ਚੱਲਦਾ, ਫਿਰ ਜਦੋਂ ਕਬਜ਼ਾ ਕਰ ਲੈਂਦੀ ਫਿਰ ਸੱਚੀ ਗੱਲ ਜੇ ਸਭ ਕੁਝ ਗਿਆ, ਰੁੱਖਾਪਨ ਆ ਜਾਂਦਾ ਹੈ ਨਾ। ਮਹਾਰਾਜ ਜੀ ਨੇ ਕਿਹਾ ਮਾਨ ਮੁਨੀ ਮੁਨ ਵਰ ਗਲੇ, ਮਾਨ ਸਭੈ ਕੋ ਖਾਏ। ਅੱਗੇ ਮਹਾਰਾਜ ਜੀ ਦਾ ਇੱਕ ਬਚਨ ਹੁੰਦਾ ਗੁਰੂ ਅਰਜੁਨ ਦੇਵ ਜੀ ਦਾ, ਜੱਜਾ ਜਾਣੈ ਹਉ ਕਿਛ ਖੂਵਾ ਮਨ ਕਾ ਮਾਨ ਤਿਆਗੋ ਸਾਧੋ। ਜੱਜਾ ਜਾਣੈ ਹਉ ਕੁਛ ਹੂਵਾ ਬਾਂਧਿਓ ਜੋ ਨਲਨੀ ਪ੍ਰਭ ਸੂਵਾ। ਜੋ ਜਾਣੈ ਹੋ ਭਗਤ ਗਿਆਨੀ, ਇਹ ਤੇ ਨਹੀਂ ਕਿਹਾ ਮੈਂ ਚੋਰ, ਗੁਣੀ ਨਾ। ਜੋ ਜਾਣੈ ਹੋ ਭਗਤ ਗਿਆਨੀ ਆਗੈ ਠਾकुर ਤਿਲ ਨਹੀਂ ਮਾਨੀ। ਜੋ ਜਾਣੈ ਮੈਂ ਕਥ ਨਹੀਂ ਕਰਤਾ ਵੈਪਾਰੀ ਬਸਦਾ ਜਿਉ ਫਿਰਤਾ। ਗੁਰਮੁਖੋ ਇਹ ਰਹਿੰਦੀ ਵੀ ਗੁਰਦੁਆਰੇ ਤੋਂ ਬਾਰ-ਬਾਰ ਜੇ, ਤੇ ਜਦੋਂ ਸੰਗਤ ਵਿੱਚ ਕੋਈ ਜੁੜਨ ਲੱਗ ਪਏ ਇਹਦੀ ਮੌਤ ਹੋ ਜਾਂਦੀ। ਸਾਧ ਸੰਗ ਜੇ ਹਉਮੈ ਮਾਰੀ ਨਾਨਕ ਤਾਂ ਕੋ ਮਿਲੇ ਮੁਰਾਰੀ। ਪਹਿਲਾ ਬਚਨ ਕਿਹਾ ਤਿਆਗਨਾ, ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਨਾ ਸਾਧੋ ਮਨ ਕਾ ਮਾਨ ਤਿਆਗੋ। ਮੈਂ ਇੱਕ ਪੱਖ ਲਿਆ ਧਰਮ ਨਾਲ ਜੁੜਿਆ ਹੋਇਆ, ਦੂਜੇ ਪਾਸੇ ਦੇਖੋ ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਅਵਤਾਰ। ਆ ਧੰਨ ਗੁਰੂ ਨਾਨਕ ਸਾਹਿਬ ਦਾ ਪੁਰਬ ਆਪਾਂ ਮਨਾਉਣਾ ਨਾ ਕੱਲ ਨੂੰ। ਇੱਕ ਇਤਿਹਾਸ 'ਚ ਸਾਖੀ ਆਉਂਦੀ ਮਿੱਠਨਕੋਟ ਦੀ, ਸਾਈਂ ਮੀਆਂ ਮਿੱਠਾ ਦੀ ਜਨਮ ਸਾਖੀ 'ਚ ਲਿਖਿਆ ਹੈ ਕਿ ਜਦੋਂ ਮਹਾਰਾਜ ਮਿੱਠਨਕੋਟ ਗਏ ਨਾ ਜੀ, ਤੇ ਇਹ ਅਭਿਆਸੀ ਸੀ। ਬਾਬਾ ਜੀ ਦਾ ਵਾਹ ਸੱਚੀ ਮੁੱਚੀ ਜਿਹੜੇ ਬੰਦੇ ਅੰਦਰੋਂ ਜੁੜੇ ਸਨ ਨਾ ਪਿਆ, ਤੇ ਇਹ ਆਪਣੇ ਚੇਲਿਆਂ 'ਚ ਬੈਠਾ ਪਤਾ ਕੀ ਸ਼ਬਦ ਕਹਿੰਦਾ, ਜਦੋਂ ਹਜ਼ੂਰ ਕਹਿੰਦੇ ਨੇ ਚੱਲ ਮਰਦਾਨਿਆਂ ਚੱਲੀਏ ਮੀਆਂ ਮਿੱਠੇ ਨੂੰ ਮਿਲ।
ਹੁਣ ਇਹ ਤਾਂ ਸਚਾਈ ਹੈ, ਬੰਦਗੀ ਕਰਨ ਵਾਲੇ ਨੂੰ ਪਤਾ ਕਿਹੜਾ ਕਿਹੜਾ ਹੈ। ਤੁਸੀਂ ਸਿੱਧੀ ਜੀ ਗੱਲ ਜੇ ਇੱਕ ਸ਼ਰਾਬੀ ਬੰਦੇ ਨੂੰ ਉਹਦੇ ਘਰੋਂ ਲਿਆ ਕੇ ਨਾ ਤੂੰ ਸਾਡੇ ਪਿੰਡ ਚੱਲ, ਪਿੰਡਾਂ 'ਚ ਇਹੀ ਕਹਿੰਦੇ ਨੇ ਸਾਡੇ ਘਰ ਚੱਲ ਤੂੰ ਉੱਥੇ ਨਸ਼ਾ ਛੱਡ ਜਾਏਗਾ। ਕਿਉਂ ਜੀ? ਇੱਥੇ ਦੀ ਸੁਸਾਇਟੀ ਮਾੜੀ ਏ। ਉਹ ਭੂਆ ਦੇ ਪਿੰਡ ਜਾ ਕੇ ਵੀ ਬੰਦੇ ਲੱਭ ਲੈਂਦਾ ਸ਼ਰਾਬ ਪੀਣ ਨਾਲ। ਇਸ ਤਰ੍ਹਾਂ ਹੀ ਕਰਦਾ ਨਾ, ਬੰਦੇ ਲੱਭ ਜਾਂਦੇ ਨੇ। ਤੁਸੀਂ ਇੱਥੇ ਐਲੇ 'ਚ ਨਸ਼ੈੜੀ ਲੈ ਆਓ ਤੇ ਭਾਵੇਂ ਤੁਸੀਂ ਮਹੱਲੇ 'ਚ ਰੋਜ਼ ਫਿਰਦੋ, ਤੁਹਾਨੂੰ ਪਤਾ ਨਹੀਂ ਨਸ਼ੈੜੀ ਚਾਲ ਪਛਾਣ ਕੇ ਕਹਿ ਦੇਗਾ ਆਪਣਾ ਹੀ ਭਰਾ ਲੱਗਦਾ ਹੈ, ਕਿ ਉਹਨਾਂ ਨੂੰ ਪਹਿਚਾਣ ਹੁੰਦੀ ਹੈ। ਜਿਹੜੀ ਬੰਦਗੀ ਹੈ ਨਾ, ਸਿਮਰਨ ਹੈ, ਇਹ ਵੀ ਬੰਦਿਆਂ ਨੂੰ ਪਤਾ ਹੈ, ਕਰਮਾਂ ਵਾਲਿਆਂ ਨੂੰ, ਬੰਦਗੀ ਵਾਲਿਆਂ ਨੂੰ। ਕਿੱਥੇ ਮਹਾਰਾਜ ਨੇ ਕਿਹਾ ਚੱਲ ਮਿੱਠਨ ਕੋਟ ਚੱਲੀਏ, ਮੀਆਂ ਮਿੱਠੇ ਨੂੰ ਵੀ ਪਤਾ ਲੱਗ ਗਿਆ ਵੀ ਉਹ ਵੀ ਭੇਦੀ ਸੀ ਅੰਦਰ ਦਾ। ਉਹਨੇ ਪਤਾ ਕਿ ਫੜ ਮਾਰੀ, ਹੰਕਾਰ 'ਚ ਕਹਿੰਦਾ ਹੈ ਮੁਰੀਦਾਂ ਨੂੰ, ਕਹਿੰਦਾ ਆਉਂਦਾ ਪਿਆ ਜਗਤ ਜੇਤੂ। ਹੁਣ ਮਹਾਰਾਜ ਤੇ ਕਿਤੇ ਜਗਤ ਜੇਤੂ ਕਿਹਾ ਹੀ ਨਹੀਂ, ਬਾਬਾ ਤਾਂ ਕਹਿੰਦਾ ਮੈਂ ਕੀਤਾ ਨਾ ਜਾਤਾ ਹਰਾਮਖੋਰ। ਕੱਲ ਨੂੰ ਆਪਾਂ ਦੇਖਾਂਗੇ ਨੌਨਿਦ ਨਾਮ ਗਰੀਬੀ ਪਾਈ ਦਾ ਜੇ ਵਿੱਚ ਜ਼ਿਕਰ ਆਇਆ ਤਾਂ ਉੱਥੇ ਹਜ਼ੂਰ ਨੇ ਮਿੱਠਨ ਕੋਟ ਵਿੱਚ ਬੈਠਾ ਮੀਆਂ ਮਿੱਠਾ ਕਹਿੰਦਾ ਆਉਣ ਦੇ, ਇਸ ਤਰ੍ਹਾਂ ਨਤਾਰ ਕੇ ਰੱਖ ਦਿਆਂਗਾ, ਲਾ ਕੇ ਰੱਖ ਦਿਆਂਗਾ ਜਿਵੇਂ ਦੁੱਧ ਤੋਂ ਮਲਾਈ ਲਾਈ ਦੀਏ, ਜਿਵੇਂ ਦੁੱਧ ਤੋਂ ਮਲਾਈ ਲਾਈ ਦੀਏ। ਮਹਾਰਾਜ ਹੱਸ ਪਏ, ਕਹਿਣ ਲੱਗੇ ਮਰਦਾਨਿਆਂ ਟੱਕਰੇ ਉਹਨੂੰ ਵੀ ਬੜੇ ਨੇ, ਅੱਜ ਕਰੇ ਕਰਤਾਰ ਭਲੀ ਇਸ ਤਰ੍ਹਾਂ ਨਿਚੋੜ ਕੇ ਰੱਖ ਦਿਆਂਗੇ ਜਿਵੇਂ ਨਿੰਬੂ ਨਿਚੋੜੀ ਦਾ ਹੈ। ਕਰੇ ਕਰਤਾਰ ਭਲੀ ਸ਼ਬਦ ਹੀ ਕਿਹਾ, ਕਰਤਾਰ ਨੇ ਚਾਹਿਆ ਤੇ ਮੀਆਂ ਮਿੱਠਾ ਜ਼ਮੀਨ ਤੇ ਡਿੱਗ ਪਿਆ। ਅਜੇ ਮਹਾਰਾਜ ਪਹੁੰਚੇ ਨਹੀਂ, ਮੁਰੀਦਾਂ ਕਿਆ ਹੋਇਆ ਕਿ ਅਗਲੀ ਸਤਰ ਨੇ ਲਿਖੀ, ਕਹਿੰਦਾ ਯਾਰੋ, ਸ਼ਬਦ ਹੀ ਲਿਖਿਆ ਯਾਰੋ, ਦੁੱਧ ਤੋਂ ਮਲਾਈ ਲੈ ਜਾਏ ਦੁੱਧ ਫਿਰ ਵੀ ਕੰਮ ਹੁੰਦਾ ਹੈ, ਪਰ ਨਿੰਬੂ ਨੁੱਚੜ ਜਾਏ ਤੇ ਲੋਕੀ ਕੂੜੇ ਵਿੱਚ ਸੜ ਦਿੰਦੇ ਨੇ। ਸਤਿਗੁਰੂ ਗਏ ਉੱਥੇ, ਨਾਮ ਦੀ ਦਾਤ ਉਹਨੂੰ ਦਿੱਤੀ, ਕਹਿਣ ਲੱਗੇ ਤੇਰੇ ਕੋਲ ਅੰਦਰ ਦੀ ਇਕਾਗਰਤਾ ਹੈ ਪਰ ਤੂੰ ਰਸੀਆ ਨਹੀਂ, ਖੌਮੇ ਹੈ ਆਪਣੀ, ਸਿੱਧਾਂ ਦੀ ਆਪਣੀ ਖੌਮੇ में। ਪਰ ਜਿਹੜਾ ਦੂਜਾ ਪਾਸਾ ਹੰਕਾਰ ਵਾਲਾ, ਉਹਨਾਂ ਨੂੰ ਤੇ ਬਾਬਾ ਜੀ ਕਿਹਾ ਨਹੀਂ, ਸਾਧ ਹੋ ਕੇ ਉਹ ਭਲੇ ਪੁਰਖੋ, ਦੂਜੇ ਤਾਂ ਚੇਤੇ ਰੱਖੋ। ਕਬੀਰ ਸਾਹਿਬ ਨੇ ਬੜੇ ਸ਼ਬਦ ਕਹੇ, ਗੁਰੂ ਨਾਨਕ ਸਾਹਿਬ ਨੇ ਬੜੇ ਸ਼ਬਦ ਕਹੇ, ਪਰ ਇੱਥੇ ਕਿਆ ਸਾਧੋ ਮਨ ਕਾ ਮਾਨ ਤਿਆਗੋ। ਪਰ ਇਹ ਤਿਆਗਿਆ ਜਾ ਸਕਦਾ ਹੈ ਜਦੋਂ ਕੋਈ ਬਾਣੀ ਨਾਲ ਜੁੜਦਾ ਹੈ। ਉਸ ਤੋਂ ਅੱਗੇ ਤਿਆਗ ਤੋਂ ਬਾਅਦ ਹੈ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਬੈਰਾਗ। ਬੈਰਾਗ ਹੈ ਨਾਸ਼ਵੰਤਾਂ ਨੂੰ ਲੈ ਕੇ। ਉਂਝ ਤਾਂ ਤਕਰੀਬਨ ਹਰ ਗੁਰੂ ਸਾਹਿਬ ਨੇ, ਭਗਤ ਜੀ ਨੇ, ਜਿਨ੍ਹਾਂ ਦੇ ਸ਼ਬਦ ਬਹੁਤ ਨੇ, ਉਹਨਾਂ ਨੇ ਮੌਤ ਦਾ ਜ਼ਿਕਰ ਕੀਤਾ ਹੈ। ਪਰ ਇੱਕ ਬਾਬਾ ਫਰੀਦ ਤੇ ਦੂਸਰਾ ਗੁਰੂ ਤੇਗ ਬਹਾਦਰ। ਸੱਚ ਇਹ ਜਦੋਂ ਕਦੀ ਬਾਣੀ ਪੜ੍ਹਨਿਆ ਲੱਗਦਾ ਕਦੀ ਖਿੜਖੜਾ ਕੇ ਹੱਸੇ ਵੀ ਹੋਣੇ ਨੇ। ਇੰਨੀ ਗੰਭੀਰਤਾ। ਬੈਰਾਗ ਕੀ ਹੈ? ਨਾਸ਼ਵੰਤਾਂ ਨੂੰ ਦੇਖ ਕੇ ਹਕੀਕਤ ਨੂੰ ਸਮਝ ਜਾਣਾ, ਆ ਬੈਰਾਗ ਹੀ ਹੈ। ਪ੍ਰੀਤਮ ਜਾਨ ਲਿਖੋ ਮਨ ਮਾਹੀ। ਸ਼ਬਦ ਤੁਸੀਂ ਹੋਰ ਵਿੱਚੋਂ ਲੱਭ ਲਿਆ ਜੇ, ਬਹੁਤ ਸ਼ਬਦ ਨੇ, ਮੈਂ ਸਿਰਫ ਪ੍ਰਮਾਣ ਵਜੋਂ ਕੁਝ ਲਏ ਨੇ। ਬੈਰਾਗ ਕੀ ਹੈ? ਪ੍ਰੀਤਮ ਜਾਨ ਲਿਖੋ ਮਨ ਮਾਹੀ, ਆਪਣੇ ਸੁਖ ਸੋ ਹੀ ਜਗ ਫਾਂਦਿਓ, ਕੋ ਕਾਹੂ ਕੋ ਨਹੀਂ, ਕੋਈ ਕਿਸੇ ਦਾ ਨਹੀਂ। ਮਹਾਰਾਜ ਕੋਈ ਨਹੀਂ, ਸਲੋਕਾਂ ਵਿੱਚ ਆਉਂਦਾ ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੀਂ, ਨਾਨਕ ਥਿਰ ਹਰ ਭਗਤ ਹੈ ਤੇ ਰਾਖੋ ਮਨ ਮਾਹੀ। ਪ੍ਰੀਤਮ ਅਰਥਾਂ ਦੀ ਮੇਰਾ ਖਿਆਲ ਲੋੜ ਨਹੀਂ। ਪ੍ਰੀਤਮ ਜਾਨ ਲਿਖੋ ਮਨ ਮਾਹੀ, ਆਪਣੇ ਸੁਖ ਸੋ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀਂ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਸੁਖ ਵਿੱਚ ਬੜੇ ਪਰਛਾਵੇਂ ਪਿੱਛੇ ਦੌੜਦੇ ਨੇ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚੌਂ ਦਿਸ਼ ਕੇ ਰਹਿ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੇ। ਘਰ ਕੀ ਨਾਰ ਬਹੁਤ ਹਿਤ ਜਾਂਸਿਓ, ਘਰ ਵਾਲੀ ਸਦਾ ਰਹਿਤ ਸੰਗ ਲਾਗੀ। ਇਹ ਬੈਰਾਗੀ ਸੀ ਜਬ ही हंस तजिए काया, प्रेत प्रेत कर भागी। जगत में झूठी देखी प्रीत बैराग है, अपने सुख से ही सब लागे, क्या दारा क्या मीत। मेरो मेरो सब कहत है हित स्यों बांध्यो चीत, अंतकाल संगी न को बैराग है, अंतकाल संगी न को। ए अचरज है रीत, मन मूर्ख अजहू न समझत, सिख द हार्यो नीत। नानक भवजल पार परे जो गावे, प्रभ के गीत। बैराग है रे नर ये साची जीत हार, सगत जगत है जैसे सुपना, बिनसत लगत ना बाहर। बारू पीत रेत दी कंध, बारू पीत बनाई रचपच, रहत नहीं दिन चार। तैसे ये सुख माया के उर्ज्यो कहां गवार। जाग ले हो रे मना, ये बैराग है। जाग ले हो रे मना जाग ले हो, कहां गाफल सोया
जो तन उपजया संग ही सो भी संग ना होया। मात पिता सुत बंद जन हित जासो की ना, जियो छूटियो जब दे ते डार अगन में दीना। अग भी सड़ देना जीवत लो व्यवहार है, जग को तुम जानो नानक हर गुण गाय ले। बैराग है नानक हर गुण गाय ले, सब सुबन समानो। मन रे कहां भयो तै बौरा, ऐरस औद घटै नहीं जाने भयो लोभ संग खोरा। जो तन तै अपनो कर मान्यो अर सुंदर ग्रह नारी, इनमें कछ तेरो रे नाहिन देखो सोच विचारी। ये बैराग है, श्लोकी है। राम गयो, राम ने गयो अज एक कथा करन गया, उन्हें मैनू क्या मैं करांगा जरूर। वो कहता बाबा जी आयो कथा करन, कहता सानू बाबियां तो बचाया जे, पुछां वालियां तो। वो अजकल बड़ा चलदा पे, बाहर भी उस पेपरां विच भी दिंदे ने, 1 मिनट विच काम रास हो गया जी, तुसी क्रेडिट कार्ड दिओ आ हो जाएगा। साडे ना नेड़े एक घटना वापरी पिंडां च, उत्थे बड़ियां चौंकियां आउंदियां लोकां नूं, कोई बाबे श्री चंद की चौंकी, कोई बाबा दीप सिंह की चौंकी। हद हो गई, वेखो कोई पुछण वाला ही कोई नहीं इन्हां नूं। कोई साहिबजादे की चौंकी कड्डी बैठा है, सिर मारदे। ते मैं शायद इत्थे बेनती कीती सी, मैं बहुत वारी कथा करने भुल जांदा कित्थे की बोले आ। चेते रखियो जेड़ा पुछना वाला पहला उन्हें काम तुहाडे घर की कमजोरी देखनी, उन्हें पता करना भी इन्हां दी घर विच किहदे नाल लगदी है, दरानी जठानी दी लगदी है, नूं सੱਸ दी लगदी है जां महल्ले। उन्हें उस कमजोरी नूं देख के कहना मैं तैनूं एक गल दसां, तेरे घर विच तेरी जठानी ने कुछ कीता होया। वो पहले ईरखा च भरी हुंदी है, बस चेती रखो बलदी उत्ते तेल पा लैंदा वो नाल, फिर कह दिंदा भी जे मैं काम कर दिता ना ओहदा काम गया तेरा सब। हुण बंदा ईरखा बस कहंदा चलो ओनूं ला थल्ले मेरी गल बने। घरां विच दुफाड़ पाने, उन्हें जी बड़े दुफाड़ पाए। एक घर बसदा रसदा उन्हें उजाड़न वाले पासे लाता जी। उस घर का एक सियाणा बंदा सी, उन्हें कहा भी ये घर का सारा खेड़ ही खत्म हो गई, बीबियां किहड़े पासे तुर पईयां। उन्हें जिदन बाबे नूं चौंकी आउणी सी ना, उदन पहले ही अपड़ गया। जदों बाबे ने खिलारे वाल, सच्ची गल उन्हें ला छितर लिया, वालों तो फड़ के इन्नी छितर परेड की, बाबा मारे कलकारियां, वो छड्डे ना। वो बुढ़ियां फिर जाके कहन लग पियां तू पाप करदा, तेन शराप दे देगा, सब कुछ जानदा। वो कहंदा काहदा सब कुछ जानदा है, इनू पता सी नहीं अज मैनू छितर पैने ने। जिन्हों पता हुंदा थां ही बदल लैंदा। देखो ने सिद्धे झटका जिहा काम लाया, कहंदा छितर पैने सन अज, जिन्हों पता इनू लगा नहीं भी अज मैनू जुत्तियां पैणियां ने। वो गुरमुखो असीं भाणा मनण वाले हां। गुरु साहब ने एक बचन ये गुरु ग्रंथ साहब च कहा, कहन लगे कोटी हूं पीर वर्ज रहाए, जां मीर सुनिया ताया। सारे पीर इकट्ठे कर लै अहमदाबाद वाले, उन्होंने पंडितां ते पीरां कहा सी भी कोई गल नहीं, तू आउण दे बाबर नूं, असीं तां मंत्र मार के मींह पवा देना, असीं तां तोप दे गोले मिस करा देने ने। हुण सारे पीर इकट्ठे रख लै, कईयां ने कहता सी मंत्र मारने बाबर ने अन्ना हो जाना। जिवें साडे लोग कहंदे, जिवें हुण तुहाडा भी इत्थे भी कमल बड़ा कुटदे आ लोकी, वो अगला साल आउणा कहंदे सारी दुनिया मर जाना। यही सुनने पे ना। वो अज एक थां पढ़ भी रहा, कहंदा नहीं नहीं कोई नहीं मिलना, नासा ने कहा नहीं मरना। वो गुरु ग्रंथ साहब नूं मनण वाले हो, मरना तो सब ने में, एक दिन इस धरती ने खत्म होना, क्योंकि कई बार पसरियो पसारा। पर इन्हें पता खत्म किवें होना है, इनू पानी खत्म करेगा। गुरु ग्रंथ साहब का बचन है, पानी पिता जगत का फिर पानी सब खाए। इस पानी ने एक दिन ये नहीं, गुरु ग्रंथ साहब च तेरी है ही नहीं फलानी तरीक नूं सारियां मर जाने, यदा मतलब रब दे शरीक हो गए। महाराज कहते हैं जो कुछ वो करदा बीओ पूछना मसल धरै, मसले दर्द ना मीटिंग करनी सलाह करनी, वो कदी किसी नूं सद के सलाह नहीं पुछदा, जो किश करे सो आपे करे। ओदा तां इन्नी शक्ति है, हरन भरन जाका नेत्र फोर तिसका मंत्र ना जाना होर। दूजियां नूं कित्थे पता लग गया भी उन्हें आ कुछ कर देना। अंत ना जापै क्या मन मंत, ओदे मन दे मंत्र नूं कोई नहीं जान सकता, उन्हें किदों खत्म करना है। मेरी एक बेनती है, आपां भाणे विच रजा विच दुख ते सुख नूं गुरु दे शब्द दी रोशनी विच हंडाण दी जाच सिखीए। सतगुरु किरपा करे, उत्थे कोटी हूं पीर वर्ज रहा है, जां मीर
मीर ਦਾ ਅਰਥ ਹੁੰਦਾ ਬਾਦਸ਼ਾਹ। ਅਸਲ 'ਚ ਮੀਰ ਸ਼ਬਦ ਬਣਿਆ ਅਮਰ ਤੋਂ। ਅਮਰ ਤੋਂ ਅਮੀਰ, ਅਮੀਰ ਤੋਂ ਮੀਰ, ਮੀਰੀ ਤੋਂ ਫਿਰ ਮੀਰੀ ਪੀਰੀ ਇਹਦੇ ਚੋਂ ਨਿਕਲਿਆ। ਜਾਂ ਮੀਰ ਸੁਣਿਆ ਧਾਇਆ, ਥਾਨ ਮੁਕਾਮ ਜਲੇ ਬਿਜ ਮੰਦਰ, ਮੁੱਛ ਮੁੱਛ ਕੋਇਰ ਰੋਲਾਇਆ, ਕੋਈ ਮੁਗਲ ਨਾ ਹੋਵਾ ਅੰਦਾ ਕਿਨਾਂ ਨਾ ਪਰਚਾ ਲਾਇਆ। ਮਹਾਰਾਜ ਕਹਿੰਦੇ ਕੋਈ ਅੰਨਾ ਹੀ ਨਹੀਂ ਹੋਇਆ, ਮੰਤਰ ਕਿੱਥੇ ਗਏ। ਮੈਂ ਇੱਕ ਬੇਨਤੀ ਸਿਰ ਵਿੱਚੋਂ ਨਿਕਲ ਕੇ ਕਰ ਦਿਆਂ ਕਿ ਸਤਿਗੁਰੂ ਦੀ ਅੰਮ੍ਰਿਤ ਬਾਣੀ ਵਿੱਚ ਬੈਰਾਗ ਹੈ, ਤਿਆਗ ਹੈ। ਤੇ ਇਸ ਦੇ ਨਾਲ ਨਾਲ ਤਾਂ ਮੈਂ ਇੱਥੋਂ ਤੁਰਿਆ, ਰਾਮ ਤੇ ਰਾਵਣ ਦੋਨਾਂ ਦੀ ਰਾਸ਼ੀ ਇੱਕ ਜੇ, ਇੱਕ ਮਰ ਗਿਆ ਇੱਕ ਜਿੱਤ ਗਿਆ। ਰਾਸ਼ੀ ਤੇ ਰਾਰਾ ਹੀ ਹੈ ਨਾ। ਮਹਾਰਾਜ ਜੀ ਨੇ ਕਿਹਾ ਦੇਖ ਇੱਥੇ ਰਾਮਚੰਦਰ ਵਰਗੇ ਅਵਤਾਰੀ ਵੀ ਚਲੇ ਗਏ, ਇੱਥੇ ਰਾਵਣ ਵਰਗੇ ਦੈਂਤ ਵੀ ਚਲੇ ਗਏ। ਸਭ ਤੋਂ ਜ਼ਿਆਦਾ ਮਨ ਸ਼ਬਦ ਦੀ ਕਿਸੇ ਜੇ ਵਰਤੋਂ ਕੀਤੀ ਹੈ ਬਾਣੀ ਵਿੱਚ, ਉਹ ਗੁਰੂ ਤੇਗ ਬਹਾਦਰ ਸਾਹਿਬ ਨੇ। ਕਹੋ ਨਾਨਕ ਹਰ ਭਜ ਮਨਾ, ਕਹੋ ਨਾਨਕ ਸੁਣ ਰੇ ਮਨਾ, ਮਨ ਰੇ ਕੌਣ ਕੁਮਾ ਤੈ ਲੀਨੀ, ਮਨ ਕੀ ਮਾਹੇ ਰਹੀ। ਸਾਰੇ ਸ਼ਬਦ ਆਪਾਂ ਨੂੰ ਮਿਲਣਗੇ। ਹਜ਼ੂਰ ਨੇ ਕਿਹਾ ਤਿਆਗ ਦੇ ਨਾਲ ਬੈਰਾਗ, ਉਹ ਬੈਰਾਗ ਸੀ ਕਿ ਜੋ ਉਪਜਿਓ ਸੋ ਬਿਨ ਸਖੈ, ਪਜ ਪਰੋ ਆਜ ਕਹਿ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਰਾਮ ਗਇਓ ਰਾਮਨ ਗਇਓ ਜਾਂ ਕੋ ਬਹੁ ਪਰਵਾਰ, ਕਹੋ ਨਾਨਕ ਤਿਰ ਕਛ ਨਹੀਂ, ਜਿਉ ਸੁਪਨੈ ਜਿਉ ਸੁਪਨੈ, ਸੁਪਨੈ ਜਿਉ ਸੰਸਾਰ। चिंता ताकि कीजिए जो अनहोनी होए, ए मार्ग संसार को नानक थिर नहीं कोए। महाराज कहते सब ने चले जाना। किन्नी को कहानी है दुनिया की, जैसे जलते बुदबुदा, बस इन्नी को। महाराज कहते पानी का बुलबुला है संसार, कला बंदा नहीं क्या संसार, तो संसार नूं सिरजिया कई जोग हो गए। पानी का बुलबुला है, जैसे जलते बुदबुदा, उपजै बिन सै नीत, जग रचना तैसे रची, कहो नानक सुन मीत। जग रचना सब झूठ है, जान ले हो रे मीत। महाराज कहते ने ज्यों सुपना अर पेखना, ऐसे जाको जान, ये खेड है सारी। सतगुरु गुरु तेग बहादुर। तीसरा, जिथे त्याग है बैराग है, उथे अनुराग प्यार है। किवें करिए? महाराज कहते ने रे मन राम स्यों कर प्रीत। देखो प्यार भी है विच, होर बड़ियां तुकां मिल गईयां। रे मन राम स्यों कर प्रीत, सरवण गोबिंद गुण सुनो अर गाओ रसना गीत। गुरु तेग बहादुर जी जे कन्ना नाल सुनिया ते जबान नाल गाया, फिर की मिलेगा? कहन लगे तेन लिख के दे देने, तू इन्ना कोई प्यार ही कर लई, कन्ना नाल सुन लई, मूँह नाल गा लई, लिख के दे देना, कदी जमा दे घर नहीं जाएगा। जे वाह गुण गोबिंद भजो, करन सुनो हर नाम, कहो नानक सुन रे मना, परै ना जम कै धाम। जमा दे घर नूं नहीं जाएगा। फिर महाराज किवें प्रीत करिए? गुरु तेग बहादुर साहब ने दो बचन कहन लगे कि कहो नानक हर भज मना, जे बिद जल को मीन। इस तरह कर प्यार जिवें मच्छी दा पानी नाल। दूसरा बचन क्या? स्वामी को गृह जो सदा, स्वान तजत नहीं नित, नानक ए बिद हर भजो, एक मन होए एक चित। सतगुरु गुरु तेग बहादुर दी बाणी च होर बहुत कुछ सच एवे। मैं सोचना किड्डे खुशकिस्मत असी गुरमुखो, वार ने जाओ गुरु नानक दी जोत तो, जिहड़ा आया है ते गया है ही नहीं। असी ठीक कथा वाले कह देंगे शहीदी दिवस हो गया, ज्योति जो समाना हो गया, कित्थे गया? बाबा आया शब्द का रूप बना के, कीर्तन का रूप धारण के धरती ते रह गया है। शब्द विच है, सारिया थावां ते वरदा है। हाँ, सब वो आउंदा जांदा ही नहीं। हरबंस जगत जै संचरियो, सो कवन कह श्री गुरु मोयो। जे अध्यात्मक जीवन देखोगे, पर शरीर की खेड तां वरतांदे ने। दुनिया के लोगों पता होवे अंदर शब्द होवे ते मौत का भय नहीं। आओ थोड़ा जिहा शहादत वाल आ जावां। 11 नवंबर सन 1675 नूं गुरु तेग बहादुर ने शहादत का जाम पीता, पर 10 नवंबर सन 1675 नूं पहला 3 सिख शहीद किए गए।
सिर में संखेप जिहा। हजूर आनंदपुर साहिब तो चले, ये सब नूं पता है कश्मीर दे ब्राह्मण आए, उन्हां आके फरियाद करके क्या, ते वो शब्द सन सतगुरु सच्चे पातशाह दे, दुखी विपर चल आए पुरी आनंद, बाह साडी पकड़िए श्री हर गोबिंद के नंद। साडी बाह पकड़ो गुरु तेग बहादुर जी। सतगुरु गुरु तेग बहादुर साहब ने बाह पकड़ी ते एक शब्द क्या, वो बाणी दा नहीं, विद्वाना ने भट्ट चांद दा क्या, चित चरण कमल का आसरा, चित चरण कमल संग जोड़िए, मन लोचै बुराइयां गुर शब्दी ए मन खोड़िए। ते अगे की है, महाराज कहते ने कि बाह जिन्हां दी पकड़िए सिर दीजै बाह ना छोड़िए। तेग बहादुर बोलिया धर पईए धर्म ना छोड़िए, मौत स्वीकार करिए पर धर्म तो ना डोलीए। महाराज जी ने क्या, तुसी कह दियो साडा आगू गुरु तेग बहादुर है। कमाल दी गल, जदों हिंदुस्तान ते मुसीबत पैंदी है उदों आगू गुरु नानक ही मानते ने। साहब गुरु तेग बहादुर जी ने क्या, तुसी जाओ, वो तुसी सारे जानते हो 9 साल की उम्र गुरु गोबिंद राय दी। मैं सोचना किन्ना कुछ समा बापू की संगत की। तुसी गृहस्थी बैठे हो, जिस दिन गुरु तेग बहादुर के घर पुत्र का जन्म होया उस दिन हजूर घर नहीं। कल मैं अर्ज की सी, विआह तो 34 साल बाद घर पुत्र ने जन्म लिया है। केड़ा गृहस्थी है जी, जे गृहस्थी के लैवल ते देखो कि घर पुत्र ने जन्म लेना होवे ते अगला कहता इन्ने सालों बाद, पर नहीं, गुरु का गृहस्थ वासना च बजा होया नहीं। हजूर सच्चे पातशाह के घर पुत्र दे जन्म होया। इतिहास कहता उस रात गुरु तेग बहादुर ढाके सन। महाराज सारी रात बैठे रखे, अमृत वेले मुस्कुराए ते पुछया, कह लगे गुरु नानक दी जोत का 10वां जामा आ गया है। पुत्र नूं उस दिन नहीं मिले, 4.5 साल के करीब समा हो जाता है जां थोड़ा बहुता घट। उस दिन पुत्र नूं मिले, गले मिले, पटना साहिब रहे, वापस पंजाब आ गए। 9 साल का पुत्र होया ते बापू तुर भी पिया है। जदों तुरे ने हजूर, उस एक घटना है, कुछ परिवार आनंदपुर साहब अजे भी उस वेले दे बैठे ने गुरु तेग बहादुर दे वेले दे, उन्हां विच कोई दीवान फैमिलीज ने। उत्थे मैं एक दिन गया, मैनूं गल दसी कि जदों हजूर तुरे ने ते परिवार विद्या करना आया सी, कुछ पहाड़ी राजे भी उदों आए। जदों महाराज गुरु तेग बहादुर कीरतपुर साहब नूं आईए ते एक थां भी है जिथे परिवार मिलिया खीर वाली। महाराज जी ने सारिਆਂ ਨੂੰ कहा अपने घरां ਨੂੰ जाओ। सिख बैराग सन, मत्था टेक के चले गए ते माता नानकी जी बजुर्ग ने, बिरध हो चुके ने। उथों की रवायत वो कहते ने सीस क्यों वापस आया, धड़ उत्थे रह गया, सीस की की लोड़ सी वापसी की। वो कहते ने जदों हजूर ने मत्था टेक के क्या, मां तुसी दसो मैं की सेवा करा। कहते ने माता नानकी, आखिर मां है ना, सिर ते हाथ रख के मत्था चुम के क्या, लाल जिहो जिहा चेहरा मैं हसदा देखिया जान लग्या, इहो जिहा मैं वापसी फिर देखना चाहनी हाँ। वो कहते ने हजूर ने क्या, भाई जैतिया जो मां कहती इनू घुट के पल्ले बन ले। हजूर ने पुत्र नूं असीस दिती, पिता दे चरनी लगे, घुट के सीने नाल ला के असीस दे के क्या, पुत्र तेरे वर्गा जिम्मेवार पुत्र जिदे घर होवे उन्होंने कोई चिंता नहीं। माता गुजरी जी ने सिर मत्था टेकिया, क्या रजा विच रहो। तुर पे भाई मती दास, भाई सती दास, भाई दयाला जी, भाई गुरदित्ता जी, भाई जैता जी आदि। आगरे कुछ विद्वान पहला मानते आ, कुछ आगरे वैसे माई थान गुरुद्वारा है। मुख की गल की गुरु तेग बहादुर जी की गिरफ्तारी हुई, 3 सिख नाल भाई गुरदित्ता साहब, ये बाबा बुढ़ा साहब की अंश बंश विचों सन, ये पहले ही चलाना कर गए सन दिल्ली। हजूर नूं पिंजरे च रखा गया, कुछ खाण नूं नहीं, ते पिंजरा बनाया इस ढंग दा गया कि अगे नूं वधदे तां भी सुवे ने,
ਪਿੱਛੇ ਵੀ ਸੋਵੇ ਨੇ, ਥੱਲੇ ਵੀ ਸੋਵੇ ਨੇ, ਜਿਵੇਂ ਟੇਢਾ ਜਿਹਾ ਹੋ ਕੇ ਬੰਦਾ ਖਲੋ ਸਕਦਾ ਹੈ। ਪਰ ਸਤਿਗੁਰੂ ਤੇ ਕੀ ਅਸਰ, ਉਹਨੂੰ ਕਿਹੜੇ ਪਿੰਜਰੇ ਵਿੱਚ ਬੰਦ ਕਰਨਾ ਚਾਹੁੰਦੇ ਨੇ ਉਹ? ਗੁਰੂ ਤਾਂ ਸਰੀਰ ਦੇ ਪਿੰਜਰੇ ਤੋਂ ਵੀ ਮੁਕਤ ਹੈ। ਪਰ ਭਾਈ ਮਤੀ ਦਾਸ ਸਿੱਖ ਹੈ, ਉਹਨੇ ਦੇਖਿਆ, ਮਨ ਚ ਆਇਆ, ਕਹਿਣ ਲੱਗਾ ਸੱਚੇ ਪਾਤਸ਼ਾਹ, ਦਿੱਲੀ ਤੇ ਇੱਟ ਦੀ ਲਾਹੌਰ, ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਸਕਣਾ। ਸਤਿਗੁਰੂ ਨੇ ਕਿਹਾ ਕਿੱਥੋਂ ਮਿਲੀ ਇਹ ਤਾਕਤ? ਕਹਿੰਦਾ ਗੁਰੂ ਨਾਨਕ ਦੇ ਘਰ ਦੇ ਇਹਨਾਂ ਤੁਹਾਡੇ ਚਰਨਾਂ ਚੋਂ। ਕਹਿੰਦੇ ਸਮੁੰਦਰ ਹੋਵੇ ਤੇ ਬੂੰਦ ਨੂੰ ਉਛਾਲਾ ਨਹੀਂ ਮਾਰਨਾ ਚਾਹੀਦਾ। ਸੁਣਿਆ ਮੁੱਕ ਦੀ ਗੱਲ ਕੀ? ਭਾਈ ਮਤੀ ਦਾਸ, ਉਹਨਾਂ ਨੂੰ 10 ਨਵੰਬਰ ਜਿਹੜਾ ਚੌਂਕ ਹੈ ਚਾਂਦਨੀ ਚੌਂਕ, ਇਸ ਚੌਂਕ ਵਿੱਚ ਹੋਈਆਂ ਨੇ ਸ਼ਹਾਦਤਾਂ। ਉਹ ਸਿਨੇਮਾ ਵੀ ਸਿੱਖਾਂ ਖਰੀਦ ਲਿਆ ਜਿੱਥੇ ਸ਼ਹਾਦਤਾਂ ਹੋਈਆਂ। ਉਹਨਾਂ ਨੂੰ ਕਿਹਾ ਗਿਆ 3 ਗੱਲਾਂ ਨਹੀਂ ਚੇਤੇ ਰੱਖ। ਤਿੰਨੇ ਸਾਰਿਆਂ ਥਾਂ ਤਿੰਨੋਂ ਗੱਲਾਂ ਕਹੀਆਂ। ਪਹਿਲੀ ਗੱਲ, ਇਸਲਾਮ ਕਬੂਲ ਕਰੋ, ਜੇ ਇਸਲਾਮ ਨਹੀਂ ਤੇ ਅਜ਼ਮਤ ਦਿਖਾਓ, ਕਰਾਮਾਤ, ਕਰਾਮਾਤ ਨਹੀਂ ਤੇ ਮੌਤ। ਭਾਈ ਸਾਹਿਬ ਨੇ ਕਿਹਾ ਨਹੀਂ, ਮੌਤ ਸਵੀਕਾਰ ਹੈ। ਉਹਨਾਂ ਕਿਹਾ ਤੁਹਾਨੂੰ ਪਤਾ ਹੈ ਅਸੀਂ ਆਰੇ ਨਾਲ ਤੁਹਾਡੇ ਸਰੀਰ ਦੇ 2 ਫਾੜ ਕਰਨੇ ਨੇ, 2 ਟੁਕੜੇ। ਭਾਈ ਸਾਹਿਬ ਨੇ ਕਿਹਾ ਪਤਾ ਹੈ। ਕਹਿੰਦੇ ਅਜੇ ਵੀ ਆਰਾ ਜਾਂ ਦੁਨੀਆ ਦਾ ਸੁੱਖ। ਤੇ ਇੱਥੇ ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਲਿਖਿਆ ਹੈ, ਭਾਈ ਮਤੀ ਦਾਸ ਜੀ ਨੇ ਕਿਹਾ ਦੁਨੀਆ ਦੇ ਸੁੱਖ ਰੱਜ ਕੇ ਮਾਣੇ ਨੇ ਗੁਰੂ ਕਾ ਦੀਵਾਨ ਖਾਂ, ਪਰ ਅਜੇ ਤੱਕ ਆਰੇ ਦੇ ਦੰਦੇ ਨਹੀਂ ਸਵਾਦ ਚੱਖਿਆ। ਤੂੰ 2 ਆਰੇ ਦੇ ਦੰਦੇ ਚਲਾ, ਮੈਂ ਸਵਾਦ ਤਾਂ ਚੱਖਾਂ। ਕਹਿੰਦੇ ਨੇ ਉਹਨਾਂ ਦੇ ਕੇਸ ਖੋਲ ਕੇ, ਲੱਕੜਾਂ ਵੀ ਜਕੜ ਕੇ, ਜਦੋਂ ਆਰੇ ਦਾ ਦੰਦਾ ਸਿਰ ਤੇ ਚਲਾਇਆ, ਜਿਵੇਂ ਫੁਹਾਰੇ ਵਿੱਚੋਂ ਪਾਣੀ ਨਿਕਲਦਾ, ਸੀਸ ਚੋਂ ਖੂਨ ਨਿਕਲਿਆ। ਭਾਈ ਸਾਹਿਬ ਦਾ ਦਾੜਾ ਖੂਨ ਦੀਆਂ ਬੂੰਦਾਂ ਨਾਲ ਭਿੱਜ ਗਿਆ ਤੇ ਮੁਸਕਰਾ ਕੇ ਕਹਿੰਦੇ ਨੇ ਦੁਨੀਆ ਦਾ ਬਹੁਤ ਸਵਾਦ ਮਾਣਿਆ, ਪਰ ਆਹ ਸਵਾਦ ਨਹੀਂ ਸੀ ਕਦੀ ਦੇਖਿਆ। ਹੁਣ ਤੂੰ ਆਰਾ ਚਲਾ, ਮੈਨੂੰ ਆਰਾ ਹੀ ਚੰਗਾ ਲੱਗਦਾ ਹੈ। ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਹੋਣਾ 4 ਸਤਰਾਂ ਕਵਿਤਾ ਦੀਆਂ ਲਿਖੀਆਂ ਸਨ ਕਿ 2 ਉਂਗਲਾਂ ਜਦ ਸੀਸ ਵਿੱਚ, ਆਰੇ ਪਾਇਆ ਤੀਰ, ਆਰੇ ਪਾਇਆ ਚੀਰ। ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਧੀਰ, ਰੋਮ ਰੋਮ ਵਿੱਚ ਮੈਂਡੜੇ, ਪ੍ਰੀਤਮ ਵਸਿਆ ਆਪ, ਆਰਾ ਮੈਨੂੰ ਭਾਉਂਦਾ, ਧਰਮ ਛੱਡਣਾ ਪਾਪ। ਟੁਕੜੇ ਇਸ ਸਰੀਰ ਦੇ ਕਰੇ ਜੇ ਲੱਖ ਕਰੋੜ, ਤਾਂ ਵੀ ਧਰਮ ਨਾ ਛੋੜ ਸਾਂ, ਤੀਰਾ ਦੀਨ ਨਹੀਂ ਲੋੜ। ਆਰਾ ਪਿਆਰਾ ਲਗਤ ਹੈ, ਕਾਰਾਂ ਕਰੋ ਬਣਾਏ, ਸਿਰ ਜਾਂਦਾ ਤੇ ਜਾਣ ਦੇ ਮੇਰਾ, ਸਿੱਖੀ ਸਿਦਕ ਨਾ ਜਾਏ। ਆਰਾ ਚੱਲਣ ਲੱਗਾ ਤੇ ਇੱਕੋ ਗੱਲ ਪੁੱਛੀ, ਅੰਤਲੀ ਇੱਛਾ? ਕਹਿਣ ਲੱਗੇ ਪੂਰੀ ਕਰ ਦੇਗਾ, ਬਸ ਜਦੋਂ ਆਰਾ ਚਲਾਵੇਂ ਮੇਰਾ ਮੂੰਹ ਮੇਰੇ ਗੁਰੂ ਦੇ ਪਿੰਜਰੇ ਵੱਲ ਕਰ ਦੇ। ਆਰਾ ਐਸਤਾ ਚਲਾਈ ਤੂੰ ਆਰੇ ਦੇ ਦੰਦਿਆਂ ਨਾਲ ਮੇਰੇ ਤਨ ਦੇ ਵਿੱਚ ਉਤਰਨਾ ਹੈ, ਤੇ ਮੈਂ ਰਸਨਾ ਨਾਲ ਜਪਜੀ ਪੜਦਿਆਂ ਪੜਦਿਆਂ ਪੌੜੀ ਪੌੜੀ ਸੱਚਖੰਡ ਦੀ ਪੌੜੀ ਵੀ ਜਾਣਾ ਹੈ। ਕਹਿਣ ਲੱਗੇ ਤੂੰ ਜੀਭ ਕੱਟੀ ਨਾ ਜਲਦੀ। ਮਹਾਰਾਜ ਜੀ ਨੇ ਆਵਾਜ਼ ਦਿੱਤੀ, ਮਤੀ ਦਾਸ ਜੀ ਜਦੋਂ ਸ਼ਬਦ ਅੰਦਰ ਵਸਣ ਲੱਗ ਪਏ, ਮੌਤ ਤੇ ਵੀ ਫਤਿਹ ਪਾ ਜਾਂਦਾ ਹੈ। ਆਰੇ ਦੇ ਦੰਦੇ 2 ਟੁਕੜੇ ਕਰ ਸਕਦੇ ਆ, ਲੋਕ ਦੇਖਣਗੇ ਤੇਰੇ ਸਰੀਰ ਦੇ ਟੁਕੜਿਆਂ ਵਿੱਚੋਂ ਵੀ ਸ਼ਬਦ ਦੀ ਆਵਾਜ਼ ਨਿਕਲੇਗੀ। ਇਤਿਹਾਸ ਕਹਿੰਦਾ ਹੈ ਆਰੇ ਨਾਲ ਚੀਰਿਆ। ਕਵੀ ਸੰਤੋਖ ਸਿੰਘ ਨੇ ਲਿਖਿਆ, ਅਰਧੋ ਉਰਦ ਚਰਾਏ ਸੋ ਡਾਰਾ, ਵਿਚਕਾਰੋਂ ਕੱਟ ਦਿੱਤਾ। ਪਰਿਓ ਪ੍ਰਿਥਵੀ ਪਰ ਹਵੈ ਦਵੈ ਫਾਰਾ, 2 ਫਾੜੀਆਂ ਹੋ ਗਿਆ, 2 ਟੁਕੜੇ ਹੋ ਗਿਆ। ਦੋਨੋਂ ਤਨ ਤੇ ਜਪਜੀ ਪੜੈ, ਖੇਰਤ ਸਭ ਕੈ ਅਚਰਜ ਬੜੈ। ਦੋਨਾਂ ਟੁਕੜਿਆਂ ਵਿੱਚੋਂ ਜਪਜੀ ਦੀ ਆਵਾਜ਼ ਆਈ। ਪਰ ਤਰਕ ਨਾ ਕਰਿਓ, ਇੱਕ ਜੀਵ ਐਸਾ ਮੱਛੀ ਦੇ ਟੁਕੜੇ ਹੋ ਜਾਣ ਤੇ ਉਹਦੀ ਖਿੱਚ ਮਰਨ ਤੋਂ ਬਾਅਦ ਵੀ ਪਾਣੀ ਮੰਗਦੀ ਏ। ਇਹ ਤਾਂ ਗੁਰੂ ਤੇਗ ਬਹਾਦਰ ਦੇ ਸਾਹਮਣੇ ਖਲੋਤਾ ਹੈ, ਜਿਹੜਾ ਮਿੱਟੀ ਵਿੱਚ ਜਿੰਦ ਪਾ ਦਿੰਦਾ ਹੈ। ਉਹਦੀ ਨਜ਼ਰ ਵਿੱਚੋਂ ਸਿੱਖ ਦੇ ਸਰੀਰ ਦੇ ਟੁਕੜਿਆਂ ਵਿੱਚੋਂ ਵੀ ਸ਼ਬਦ ਦੀ ਆਵਾਜ਼ ਆਉਂਦੀ ਹੈ। ਮਤਲਬ ਸ਼ਬਦ ਸਦੀਵੀ ਹੈ। ਭਾਈ ਮਤੀ ਦਾਸ ਨੇ ਸ਼ਬਦ ਕਹੇ। ਭਾਈ ਦਿਆਲਾ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਸਿੱਖ ਨੂੰ ਚੀਰਿਆ ਤੁਹਾਡਾ ਰਾਜ ਗਰਕ ਜਾਣਾ ਹੈ। ਉਹਨੂੰ ਕਹਿਣ ਲੱਗੇ ਇਹਨੂੰ ਦੇਗ ਦੇ ਵਿੱਚ ਉਬਾਲੋ। ਭਾਈ ਦਿਆਲਾ ਜੀ ਜਿਹੜੀਆਂ ਫੋਟੋਆਂ ਦਿਖਾਈਆਂ ਜਾਂਦੀਆਂ ਨੇ ਉਹ ਜਵਾਨ ਦੀਆਂ ਨੇ, ਪਰ ਭਾਈ ਸਾਹਿਬ ਬਿਰਧ ਸਨ। ਭਾਈ ਦਿਆਲਾ ਜੀ ਯਾਦ ਹੋਏ ਆਪ ਜੀ ਨੂੰ,
ਇਹ ਭਾਈ ਮਨੀ ਸਿੰਘ ਦੇ ਸੱਕੇ ਭਰਾ ਨੇ ਭਾਈ ਦਿਆਲਾ ਜੀ। ਭਾਈ ਮਨੀ ਸਿੰਘ 12 ਭਰਾ ਨੇ, 12 ਵਿੱਚੋਂ 11 ਭਰਾ ਸ਼ਹੀਦ ਨੇ। ਭਾਈ ਮਨੀ ਸਿੰਘ ਦਾ ਦਾਦਾ ਸ਼ਹੀਦ ਹੈ। ਭਾਈ ਮਨੀ ਸਿੰਘ ਦੇ ਪੁੱਤ ਤੇ ਪੋਤੇ ਮਿਲਾ ਲਓ ਤੇ ਪੁੱਤ ਪੋਤਰੇ 70 ਜੀ ਬਣਦੇ ਨੇ। ਘਰ ਦੇ ਵੈਗਰੂ 17 ਜੀ ਬਣਦੇ ਨੇ। ਜੇ ਹੋਰ ਸਾਰਾ ਪਰਿਵਾਰ ਜਿਹੜੋ ਤੇ 70 ਦੇ ਕਰੀਬ ਇਸ ਪਰਿਵਾਰ ਦੀਆਂ ਸ਼ਹੀਦੀਆਂ ਨੇ। ਭਾਈ ਦਿਆਲਾ ਜੀ ਦੇਗ 'ਚ ਇਸ ਤਰ੍ਹਾਂ ਨਹੀਂ ਜਿਵੇਂ ਆਪਾਂ ਦੇਖਨੇ ਆ ਵੀ ਉੱਤੋਂ ਚਿਹਰਾ ਦਿਸਦਾ ਪਿਆ, ਨਹੀਂ। ਦੇਗ ਵਿੱਚ ਉਬਾਲਣ ਦਾ ਮਤਲਬ ਉੱਤੇ ਰੱਖ ਕੇ ਢੱਕਣ, ਉਬਲਦੇ ਪਾਣੀ ਵਿੱਚ। ਪਰ ਸਿੱਖ ਨੇ ਦੇਗ ਵਿੱਚ ਵੜਦਿਆਂ ਗੱਲ ਕਹੀ ਸੀ, ਗੁਰੂ ਅਰਜਨ ਦੇਵ ਲਾਹੌਰ ਦੀ ਧਰਤੀ ਤੇ ਜਹਾਂਗੀਰ ਦੀ ਦੇਗ ਦੇ ਉਬਾਲੇ ਸਹਿ ਗਏ, ਅੱਜ ਸਿੱਖ ਵਿੱਚ ਵਰਤ ਕੇ ਔਰੰਗਜ਼ੇਬ ਦੀ ਦੇਗ ਦੇ ਵੀ ਉਬਾਲੇ ਸਹਿ ਜਾਏ। ਭਾਈ ਸਾਹਿਬ ਨੂੰ ਤੋਂ ਢੱਕਣ ਨਾਲ ਬੰਦ ਕਰਕੇ ਉਬਲਦੇ ਪਾਣੀ ਵਿੱਚ ਉਹਨਾਂ ਦੀਆਂ ਖੱਡੀਆਂ ਤੇ ਮਾਸ ਵੱਖ ਹੋ ਗਿਆ ਸੀ। ਭਾਈ ਸਤੀਦਾਸ ਹਜ਼ੂਰ ਦੇ ਬਚਨ ਫਾਰਸੀ 'ਚ ਲਿਖਦੇ ਸਨ, ਉਹਨਾਂ ਨੂੰ ਰੂਹ 'ਚ ਲਪੇਟ ਕੇ ਸ਼ਹੀਦ ਕੀਤਾ ਗਿਆ। ਗੁਰੂ ਤੇਗ ਬਹਾਦਰ ਜੀ ਨੇ ਪਿੰਜਰੇ ਵਿੱਚ ਸਭ ਕੁਝ ਦੇਖਿਆ, ਮੁਸਕਰਾਏ ਪਏ। ਕਿਸੇ ਪੁੱਛਿਆ, ਇੱਕ ਚੀਰਿਆ ਗਿਆ, ਦੂਜਾ ਉਬਾਲਿਆ ਗਿਆ, ਤੀਸਰੇ ਨੂੰ ਸਾੜ ਦਿੱਤਾ, ਤੁਸੀਂ ਮੁਸਕਰਾਏ ਕਿਉਂ? ਕਹਿਣ ਲੱਗੇ ਵਾਹਿਗੁਰੂ ਦਾ ਸ਼ੁਕਰ, ਜਿਹਦੇ ਪੜ੍ਹਾਏ ਹੋਏ ਵਿਦਿਆਰਥੀ ਸਫਲ ਹੋ ਜਾਣ ਉਹ ਖੁਸ਼ੀ ਹੁੰਦਾ ਹੈ। ਅੱਜ ਗੁਰੂ ਨਾਨਕ ਸਾਹਿਬ ਦਾ ਸ਼ੁਕਰਾਨਾ ਕਿ ਪਹਿਲੇ 5ਵੇਂ ਜਾਮੇ 'ਚ ਸਿੱਖ ਗਏ ਸਨ ਨਾਲ 5, ਪਰ ਸ਼ਹੀਦ ਕੋਈ ਨਹੀਂ ਸੀ ਹੋਇਆ। ਸਿਰਫ ਦੇਖਿਆ ਗੁਰੂ ਨੂੰ ਜਿਹੜਾ 5ਵੇਂ ਜਾਮੇ ਸਬਕ ਪੜ੍ਹਾਇਆ ਸੀ, ਅੱਜ ਅਸੀਂ ਪਿੰਜਰੇ ਵਿੱਚ ਦੇਖਿਆ ਸਿੱਖਾਂ ਨੇ ਉਸ ਸਬਕ ਨੂੰ ਪਕਾ ਲਿਆ ਹੈ। ਉਥੇ ਅਰਥ ਕੀਤੇ ਗਏ, ਕਰਵਤ ਭਲਾ ਨਾ ਕਰਵਟ ਤੇਰੀ। ਹਜ਼ੂਰ ਸੱਚੇ ਪਾਤਸ਼ਾਹ ਜੀ ਨੂੰ 16 ਨਵੰਬਰ ਵੈਗਰੂ 11 ਨਵੰਬਰ 1675 ਅੱਜ ਮੁਲਖਈਆ ਇਕੱਠਾ ਹੋ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਏ, ਸੱਚੀ ਸਰਕਾਰ ਨੂੰ ਪਿੰਜਰੇ ਤੋਂ ਬਾਹਰ ਕੱਢਿਆ। ਉਹ ਰੁੱਖ ਜਿਹੜਾ ਆਪਾਂ ਦੇਖਨੇ ਆ ਖੂਹੀ ਵੀ ਹੈ। ਕਾਜ਼ੀ ਅਬਦੁਲ ਵਾਹਬ ਆਇਆ, ਦਰੋਗਾ ਅਬਦੁੱਲਾ ਆਇਆ, ਜਲਾਦ ਜਲਾਲੂਦੀਨ ਆਇਆ। ਇੱਕੋ ਗੱਲ ਕਹੀ ਗਈ, इस्लाम कबूल अजमत जा मौत। महाराज जी ने कहा इस्लाम नहीं, अजमत नहीं, मौत जिस दा डर तुसी देंदे हो ते मैं लोकां नूं आगाह करदा रहा, बंदिया तैयारी कर, मौत आउण वाली है। उत्थे फिर कोई शब्द कहे, अब्दुल वाहब ने कहा तुहानूं पता नहीं कि मैं खानदानी काजी खां, मेरा प्यो दादा भी काजी सी। जलालुद्दीन ने क्या मेरा बाप दादा भी जलाद सी। दरोगे ने क्या मेरा भी बाप दादा दरोगा सी, असी खानदानी दरोगे खां। सतगुरु हस के कहंदे ने ये खानदानी काजी, ये खानदानी दरोगा, ये खानदानी जलाद तुहाडे घर विच तां शायद अगो ये ना रहे, पर मैं खानदानी शहीद खां, मेरा दादा भी शहीद है, मेरियां आउण वालियां नस्लां भी शहीद होणगीਆਂ। उर्दू दे एक विद्वान ने लिखा है, मेरे अजदाद से मिला है मुझको विरसा शहादत का, मेरी औलाद की जामीर जागीर है जामे शहादत की। इनू पंजाबी दे एक शायर ने लिखा है, हजूर ने शहीद होने तो बाद पहला कहा कि थोड़े दिनां दे विच ही फुल इस दे खिलर जाणगे इउं संसार अंदर। गुरु अर्जुन देव तो शुरू कर देन शब्द कहे, थोड़े दिनां दे विच ही फुल इस दे खिलर जाणगे उन संसार अंदर। कोई चांदनी चौंक नूं भाग लासी चढ़ के देश दे दर्द प्यार अंदर। मैं उठू चमकौर दी जू सारी, टुटे जदों दो रुत बहार अंदर। अध खिड़े ही तोड़ के टाणियां तो चिण देवेगा कोई दीवार अंदर। बनी रहेगी सदा बहार इसते, लागे खिजाने इस दे टुकना नहीं। लगी और ते इन्हां ने सुकना नहीं, क्योंकि खून शहीदां दा मुकना नहीं। वो ऐसा पेड़ा लाया गुरु तेग बहादुर सच्चे पातशाह। उन्होंने खूही ते इशनान किया, जलाद ने अपनी तलवार तिखी की। उन्हें फिर अखीरले शब्द कहे, मैं संखेप जी बेनती कर रहा, फिर शब्द कहे कि अजे भी तुहानू मौका है। महाराज जी ने कहा तू तेग तिखी कर, मेरा नाम तेग बहादुर है, मैं तेग चला भी सकना ते तेग नू खा भी सकना।
पंजाबी दे शायर गुंचा जी ने उन्हें तेग की व्याख्या की। वो औरंगजेब नूं मुखातब करके महाराज कहते ने मैं खां तेग ते कट लै तेग तू भी, मैं खां तेग, सिर्फ तेग वाल ध्यान दिया शब्द वाल, मैं खां तेग ते कट लै तेग तू भी, एक दो नहीं परख लै 100 तेगा। शब्द खे एक दो नहीं परख लै 100 तेगा। मैं तां जमदियां तेगां दी शाम आनी, वेख के पिता दियां पहनियां 2 तेगां। मेरे पिता दी अणख बहादुरी ते रहा परखदा तेरा प्यो तेगां। हुण भी वेखी आउंदे भविख अंदर, मेरे पुत्र ने वोणियां ओ तेगां, ओदी तेग विचों जेड़ी तेग निकलू लखां लैगी तेरियां खो तेगां। जदों हजूर ने शब्द कहे, सूरज ढलदा पिया सी, दुनिया इकट्ठी सी। उस इकट्ठ दे विच एक बड़ी भावना वाला सिख चादर लेके खलोता सी, वो सी भाई जैता। देखो कहना कथा करनी है खेंदा कम है। जदों किते सीसगंज साहब शहादत की कथा चलती है तो महसूस हुंदा है उन्हें किवें अपने आप नूं जरिया होवेगा। वो चादर लैके खलोता है कि सीस नूं उन्हें सीने नाल ला के ले जाना है ते आनंदपुर साहब पहुंचना है। हजूर ने खूही तो इशनान किया, रुख दे थले बैठे, सूरज ढलदियां जपजी साहिब का पाठ महाराज जी ने शुरू किया। जपजी साहिब का पाठ मुकम्मल होया, जलालुद्दीन दी तेग चली, गुरु तेग बहादुर दा सीस धड़ तो अलहदा कर दिता गया, खून दी एक धारा वह तुरी, लोग हाहाकार मच गई। जदों 4 चवेरे हाहाकार मची है, भगदड़ होई है, भाई जैते ने सच्ची सरकार दे सीस नूं लपेट के चादर विच अपने सीने नाल ला लिया है। देखो इनू अनुभव थोड़ा जा करियो। दिल्ली तो 11 नवंबर 1675 शाम नूं तुरिया भाई जैता। असी इथों थोड़ा जिहा आनंदपुर साहिब वापसी ते तक संखेप जी बेनती करते हैं। लखी शाह ने संस्कार किया। भाई जैते का जिक्र असी बहुत घट करने, सिर्फ सीस लैके चला गया। इवें चला गया, 4 चफेरे सुईए ने, चादर च लपेटिया सीस। दिल्ली तो तुरिया, पहला टिकाणा बागपत किया, मेरठ दे नेड़े है। बागपत शहर यूपी विच। इत्थे एक हजरत वाहुद्दीन दे मजार च रुके। रातों रात चलते रहे। अद्धी रात उत्ते पहुंचे। फकीर ने पूछा कौन? झूठ नहीं बोलिया, कहंदा गुरु तेग बहादुर दा सिख। वो कहंदा गुरु साहब दा सिख? वो भावना वाला सी। कहंदा सेवा की करा? उन्हें सच क्या, मैं गुरु दा सीस लैके तुरिया, चांदनी चौक तो चलिया, थोड़ा जा आराम करना चाहना। उत्थे एक हिंदू फैमिली सी, कृष्णपाल, ओदे घर भाई जैता जी रुके। सवेरे सूरज की टिक्की निकलन तो पहला अमृत वेले जरनैली सड़क ते नहीं तुरे भाई साहब। और राहो दाही जंगल नूं चीर दे, कंडियां नूं मिधदे बागपत तो तुरे ते रात शाम गहरी पै गई। ये तरावड़ी पहुंच गए, हरियाणे विच करनाल तो अगे। तरावड़ी पहुंचे, उथे घाट सी, पानी का छप्पड़ सी, जिथे धोबी कपड़े पै धोंदे सन। उसका नाम सी देवाराम। भाई साहब दे मन सी थकिया वा, झाड़ियां दे ओले, कखां दे ओले, किते आसन ला के टिकांगा, सुबह अगे चुलांगा। उन्होंने खालजुल देख के देवाराम ते ओदी पत्नी धोबन ते धोबी ने पूछ लिया तू कौन? वो कहंदा मैं सिख। कहन लगे सिख ते इत्थे की इस वेले? कहंदा दिल्ली तो आया, आनंदपुर जाना है, थक गया वा, आराम कर ली, जमीन ते पैना। उन्हें कहा जे आराम ही करनी, असी भी गुरु तेग बहादुर दे सिख हां, तू साडे नाल चल। चादर लपेटी सी, अपने सीने नालों चादर नहीं छड्डी। उन्हें कहा आ की जो कोल रखी? कुछ नहीं बोले भाई साहब। कहते सानू दे दे। ये कहते किसी नूं देण वाला नहीं, इहदी थां सिर्फ सीने विच ही है। मन च आया कोई खजाना है, अंदर ले गए। कहन लगे तू आ छड्ड जो कुछ पकड़िया, कित्थों आया? कहंदा दिल्ली तो आया। हुण उदों इन्ना नहीं सी भी पता एक उदम खबर लग जाए।
कहते ने गुरु तेग बहादुर साहब को चले हैं, साडे वालों बेनती करी कि असी खां तां गरीब, एक चादर तैयार करके रखी है मालक, दर्शन दे दी, तेनू चादर भेंट करनी, असी कुछ नहीं दे सकते। भाई जैता जी रो पै बैराग च, कहन लगे तुसी दीवा बालो, बिस्तरा विछाओ। वो कहन लगे प्रशादा छको, आराम। कहंदा मैं नहीं। चादर खोली ते गुरु तेग बहादुर दा सीस मंजे ते रख दिता। उत्थे चादर बदली है। उन्हां दी भावना इन्नी प्रबल हुई, कहन लगे मालक किस रूप विच आया, असी अरदास करदे सां, किस रूप च तेरे दीदार होए। सारी रात दोनों जियां ने हजूर दे सीस ते चवर कीती, बस्तर बना के। भाई जैता जिस मंजी ते सीस रखिया, उहदे पैंदां वाले पासे जमीन ते लेटे ने। अमृत वेला होया, इशनान किया, चादर च लपेट के सच्ची सरकार दा सीस तरावड़ी तो चले ते अंबाले पहुंचे। उथे एक छिंबियां दा परिवार सी, उहदा नाम सी रामदेव। रात नूं उहदे घर पहुंचे ते वह भी भावना विच बैठा सी। उहनूं सीस दे दर्शन कराए ते जिथे हजूर दा सीस सी उत्थे सारे गुरुद्वारे बने हुए। अंबाले तो चलिया, रात नाभा साहिब पहुंचिया। इस तो अगला पहला पड़ाव बागपत, दूसरा तरावड़ी, तीसरा अंबाला, चौथा नाभा साहिब। नाडा साहिब नहीं, नाभा साहिब, राजपुरे रोड ते। नाभा साहिब जदों पहुंचे, उत्थे एक फकीर सी मुसलमान, दरगाही शाह। वो बार बार सी पिंड तो ਉਹਦੇ डेरे ते चलेगा, वो इकल्ला रहिंदा सी ते उत्थे भी सोचिया भी इहनूं नाम मिलिया जाए, पर उन्हें वेख लिया आदमी दा जिस्म हनेरे च। कहंदा कौन? इक्को गल कही, सिख। भाई जैते नूं भरोसा है कि गुरु तेग बहादुर मेरे नाल है। कहन लगा सिख आ जी आया नूं। बिरध सी फकीर, कहंदा मैं तेरी सेवा की करा, तू गुरु तेग बहादुर दा सिख है। मैं कंधी उत्ते रुखड़ा वां, गुरु तेग बहादुर नूं कही अज रात तू मेरे को रहे कि फकीर तेरे दर्शनां दी तांग च बैठा है, उन्होंने कह देवी ये आंखें नहीं हैं चेहरे पे तेरे फकीर के, दो ठीकरे हैं भीख के दीदार के लिए। भाई साहब दा मन भर आया। उन्हें कहा तू बोलदा क्यों नहीं, क्यों अखां भर रही तेरियां? कहन लगा फकीर बाबा जिदे दर्शन तू करना चाहना, मैं उहदा सीस लैके आया। फकीर बहुत रोया जी बैराग विच। रात सारी रात जाग के गुरु तेग बहादुर दे सीस नाल ही कल्ला गल्ला करी गया। जदों सवेरे तुरे, कहंदा गुरु गोबिंद राय नूं कहीं उन्नी देर तक दुनिया नहीं छड्डनी जिन्नी देर तक तेरे भी दीदार ना कर ला। जदों महाराज भंगाणी दा युद्ध जित के आए, इनू मिल के आए सन। इथों सीस चुकिया, नाभा साहिब तो अगां चलदिया चंडीगढ़ जिते हुण बन गया है, इथों चलदिया भाई जैता जी पहुंच गए कीरतपुर साहिब। सुनेहा दे दिता कि शीस आ गया जिथे बिबानगढ़ है। उन्हां दे मन च सी शायद गुरु हरगोबिंद साहिब ते गुरु हरराय साहिब दा अंतिम अस्थान इत्थे वे, शायद परिवार संस्कार इत्थे करे। पर सारा परिवार आनंदपुर साहिब तो आया। सीस नूं सोहनी थां ते बस्तरां च लपेट के पहला रखिया। भाई जैता साहिब गुरु गोबिंद राय नूं देखिया, माता नानकी नूं देखिया, माता गुजरी जी नूं देखिया। पता नहीं किहो जिहे वलवले उठे होणगे। सीस सामने रखिया गया ते इतिहास कहंदा भाई जैता बैराग भी सी, जिवें मानो कड़ पाटदा बंदे दे अंदरों खूह दा। सब तो पहला मां ने पुत दा सीस देखिया, मां नानकी ने। ओही हथ जेड़े तुरन लगिया कैसन पुत्र मैं चेहरा मुस्कुरांदा देखना चाहनी खां। सच एवे कि 4-5 दिन हो गए ने सीस उतरिया नूं, गुरु तेग बहादुर दे चेहरे ते ओही मुस्कुराहट सी। ये मिथोलॉजी नहीं, ये साडा इतिहास है। माता ने उस तरह हाथ रखिया सीस ते, पर सीस चुकिया नहीं। माता गुजरी जी ने
ਮੱਥਾ ਟੇਕ ਕੇ ਇੱਕੋ ਸ਼ਬਦ ਕਿਹਾ ਸੀ, ਸਤਿਗੁਰੂ ਤੁਹਾਡੀ ਨਿਭ ਗਈ, ਮੇਰੀ ਵੀ ਨਿਭ ਜਾਏ। ਗੁਰੂ ਗੋਬਿੰਦ ਰਾਏ ਨੇ ਪਿਤਾ ਦਾ ਸੀਸ ਦੇਖਿਆ। ਭਾਈ ਜੈਤੇ ਨੂੰ ਜੋ ਬਿਰਹਾ ਵਿੱਚ ਆਇਆ, ਸੰਗਤ ਦੀ ਭੀੜ ਬਹੁਤ ਸੀ, ਇੱਕ ਪਾਸੇ ਬੈਠਾ ਹੈ, ਕੁੱਟ ਕੇ ਸੀਨੇ ਨਾਲ ਲਾ ਕੇ ਕਿਆ, ਰੰਗਰੇਟੇ ਗੁਰੂ ਕੇ ਬੇਟੇ। ਉੱਥੇ ਸ਼ਬਦ ਕਹੇ, ਇਥੋਂ ਸ਼ਬਦ ਪੜ੍ਹਦਿਆ ਸੀਸ ਆਨੰਦਪੁਰ ਸਾਹਿਬ ਪਹੁੰਚਿਆ। ਬੜੀ ਵਿਲੱਖਣ ਹੈ ਦੁਨੀਆ ਦੀ ਮਿਸਾਲ, ਸ਼ਰੀਰ ਇੱਕ ਤੇ ਸੰਸਕਾਰ ਦੋ, ਤੇ ਦੋਨਾਂ ਸੰਸਕਾਰਾਂ ਵਿੱਚ 6 ਦਿਨ ਦਾ ਅੰਤਰ, 5-6 ਦਿਨ ਦਾ ਫਰਕ। ਧੜ ਦਾ ਸੰਸਕਾਰ ਦਿੱਲੀ ਹੋ ਰਿਹਾ ਹੈ ਤੇ ਸੀਸ ਦਾ ਸੰਸਕਾਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋ ਰਿਹਾ ਹੈ। ਤੇ ਕਦੀ ਉਸ ਸੀਸਗੰਜ ਸਾਹਿਬ ਦੇ ਦਰਸ਼ਨ ਕਰਿਓ ਜਿਹੜਾ ਆਨੰਦਪੁਰ ਸਾਹਿਬ ਹੈ, ਜਿੱਥੇ ਸੰਸਕਾਰ ਕੀਤਾ ਉਹਦੇ ਸਾਹਮਣੇ ਇੱਕ ਥੜਾ ਬਣਿਆ, ਜਿੱਥੇ ਗੁਰੂ ਗੋਬਿੰਦ ਰਾਏ ਬੈਠੇ। ਜਦੋਂ ਪਿਤਾ ਦੇ ਸੀਸ ਦੀ ਚਿਖਾ ਨੂੰ ਅੱਗ ਲੱਗੀ ਤੇ ਸੰਗਤਾਂ ਬੈਰਾਗ ਵੀ ਸਨ, ਤੇ ਗੁਰੂ ਗੋਬਿੰਦ ਰਾਏ ਕਹਿ ਰਹੇ ਸਨ, ਤੁਸੀਂ ਮੇਰੇ ਵੱਲ ਦੇਖੋ, ਘਬਰਾਓ ਨਾ। ਮੇਰੇ ਪਿਤਾ ਨੇ ਸੀਸ ਦੇ ਕੇ ਜ਼ਾਲਮ ਰਾਜ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਨੇ। ਸਾਹਿਬ ਗੁਰੂ ਤੇਗ ਬਹਾਦਰ ਦਾ ਸੀਸ ਤੋਂ ਬਾਅਦ ਮਹਾਰਾਜ ਜੀ ਨੇ ਭਾਈ ਜੈਤੇ ਨੂੰ ਪੁੱਛਿਆ, ਤੂੰ ਕੁਛ ਮੰਗ। ਉਹਨੇ ਇੱਕੋ ਮੰਗ ਮੰਗੀ, ਮਹਾਰਾਜ ਅੰਮ੍ਰਿਤਸਰ ਕੇ ਇਸ਼ਨਾਨ ਬਖਸ਼ੋ। ਇਥੋਂ ਅੰਮ੍ਰਿਤਸਰ ਆਏ ਤੇ ਅੰਮ੍ਰਿਤਸਰ ਰੰਗਰੇਟਿਆਂ ਦਾ ਇੱਕ ਬੁੰਗਾ ਹੁੰਦਾ ਸੀ। ਮੈਂ ਇੱਕ ਬੇਨਤੀ ਕਰਾਂ, ਠੀਕ ਹੈ ਬਾਹਰ ਦੇ ਘਟਨਾਕ੍ਰਮ ਨੇ ਸ਼ਹਾਦਤ ਸੀਸ, ਪਰ ਗੁਰੂ ਤੇਗ ਬਹਾਦਰ ਅੱਜ ਵੀ ਸਭ ਥਾਂ ਤੇ ਨੇ। ਤੇ ਕੱਲ ਮੈਂ ਇੱਥੋਂ ਸ਼ੁਰੂਆਤ ਕੀਤੀ ਸੀ ਕਿ ਤੇਗ ਬਹਾਦਰ ਸਿਮਰਿਆ ਘਰ ਨੌਨਿਧ ਆਵੈ ਧਾਏ, ਤੇ ਅੱਜ ਵੀ ਸਭ ਥਾਈਂ ਹੋਏ ਸਹਾਏ। ਉਹ ਸਭ ਥਾਵਾਂ ਤੇ ਮਦਦਗਾਰ ਹੁੰਦੇ ਨੇ। ਇਹ ਅਗਲੇ ਹਫਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਸ਼ਹਾਦਤ ਵਾਲਾ ਦਿਨ ਆ ਰਿਹਾ ਹੈ, ਤੇ ਦਾਸ ਨੇ ਉਤਰਦਿਆਂ ਹੀ ਸੀਸਗੰਜ ਸਾਹਿਬ ਜਾ ਕੇ ਹਾਜ਼ਰੀ ਭਰਨੀ ਹੈ। ਭਾਈ ਮਨਜੀਤ ਸਿੰਘ ਦੀ ਵੀ ਇੱਛਾ ਸੀ ਤੇ ਮੇਰੀ ਵੀ ਇੱਛਾ ਸੀ ਵੀ ਚਲੋ ਅਗਲੇ ਹਫਤੇ ਤੱਕ ਤੁਹਾਡੀ ਭਾਵਨਾ ਇੰਨੀ ਕੁ ਪ੍ਰਬਲ ਹੋਰ ਬਣ ਜਾਏ ਕਿ ਗੁਰੂ ਤੇਗ ਬਹਾਦਰ ਨੂੰ ਅਸੀਂ ਦਿਲੋਂ ਮੁਹੱਬਤ ਕਰੀਏ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਸਮਾਂ ਮੈਂ ਅੱਜ ਆਪ ਜੀ ਦਾ ਕਾਫੀ ਜ਼ਿਆਦਾ ਲੈ ਲਿਆ ਹੈ, ਪੌਣੇ 2 ਘੰਟੇ ਹੋ ਗਏ ਆ ਮੇਰਾ ਖਿਆਲ ਹੈ, ਤੇ ਤੁਸੀਂ ਕਿਰਪਾ ਕਰਕੇ ਮੇਰੀ ਇਸ ਗੁਸਤਾਖੀ ਨੂੰ ਜ਼ਰੂਰ ਬਖਸ਼ ਦਿਓ। ਕੱਲ੍ਹ ਨੂੰ ਫਿਰ ਸਵੇਰੇ ਗੁਰੂ ਨਾਨਕ ਸਾਹਿਬ ਸੱਚੀ ਸਰਕਾਰ, ਉਹਨਾਂ ਦਾ ਪੁਰਬ, ਜਿਵੇਂ ਇੱਥੇ ਭਾਈ ਸਾਹਿਬ ਕੱਲ੍ਹ ਦਿਸ ਰਹੇ ਸਨ, ਵੀਰ ਜੀ ਹੋਰੀ ਵੀ ਸੁਖਮਨੀ ਸਾਹਿਬ ਦੇ ਪਾਠ, ਤੇ ਜਿੱਦਣ ਸਤਿਗੁਰੂ ਦਾ ਸ਼ਹੀਦੀ ਦਿਵਸ ਹੈ। ਦੇਖੋ ਇਹਨੂੰ ਇਹ ਨਾ ਕਿ ਉਹ ਕਿਸ ਰਹਿਤ ਮਰਿਆਦਾ 'ਚ ਲਿਖੇ, ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕਾਂ ਦੇ ਕੀਰਤਨ ਹੋ ਜਾਏ। ਸੰਗਤ ਦੀ ਭਾਵਨਾ ਹੋਰ ਬਣੀ ਹੁੰਦੀ ਹੈ। ਸੰਗਤ ਆਪ ਸਲੋਕ ਹੱਥ ਵਿੱਚ ਪਕੜ ਕੇ ਬੈਠੀ ਹੋਵੇ, ਭਾਈ ਸਾਹਿਬ ਉਹਨੇ ਕੀਰਤਨ ਕਰਨ, ਆਪ ਕੀਰਤਨ ਕਰੀਏ, ਗੁਰੂ ਤੇਗ ਬਹਾਦਰ ਸਭ ਦਾ ਭਲਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।